ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ 'ਚ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਕੱਲ ਵੀ ਕੈਨੇਡੀਅਨ ਇਮੀਗ੍ਰੇਸ਼ਨ ਵਿੱਚ ਕੁਝ ਚੇਂਜਸ ਆਏ ਨੇ ਤੇ ਅੱਜ ਵੀ ਕੁਝ ਚੇਂਜਸ ਆਏ ਨੇ। ਇਹਨਾਂ ਚੇਂਜਸ ਦੇ ਬਾਰੇ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ। ਸੋ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੈਗਾ, ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਹੋ, ਬਿਜ਼ਨਸਮੈਨ ਹੋ ਤੁਸੀਂ, ਜਾਂ ਕਿਸੇ ਹੋਰ ਕੰਟਰੀ ਵਿੱਚ ਤੁਸੀਂ ਗਏ ਹੋਏ ਹੋ ਤੇ ਆਊਟ ਆਫ ਸਟੇਟਸ ਹੋ ਚੁੱਕੇ ਹੋ, ਤਾਂ ਤੁਹਾਡੇ ਲਈ ਕੈਨੇਡਾ ਦੇ ਵਿੱਚ ਕੀ ਆਪਸ਼ਨਸ ਹੋ ਸਕਦੇ ਨੇ, ਕੌਣ-ਕੌਣ ਕੈਨੇਡਾ ਲਈ ਅਪਲਾਈ ਕਰ ਸਕਦਾ, ਇਸ ਸਾਰੇ ਪ੍ਰੋਸੈਸ ਦੇ ਬਾਰੇ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਸਵਾਲ ਹੈ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੇ ਪ੍ਰੋਸੈਸ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ, ਰਿਫਿਊਜ਼ਲ ਆ ਚੁੱਕੀ ਹੈ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਸਾਡੀਆਂ ਫੋਨ ਲਾਈਨਸ ਓਪਨ ਨੇ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਜੀ ICC ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ। ਸਵਾਗਤ ਹੈ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ, MD RD ਵੱਲੋਂ, MD ਯਾਨੀ ਮਨੂ ਦੱਤਾ ਐਂਡ RD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਤੇ ਸਾਡੀ ਸਮੁੱਚੀ ਟੀਮ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਕੀ ਹਾਲ ਚਾਲ ਹੈ ਸਰ? ਆਲ ਗੁੱਡ ਤਰਨ ਜੀ, ਥੈਂਕ ਯੂ। ਇਮੀਗ੍ਰੇਸ਼ਨ ਦੇ ਮਾਮਲੇ ਦੀ ਗੱਲ ਕੀਤੀ ਜਾਵੇ, ਅਕਤੂਬਰ ਤੋਂ ਲੈ ਕੇ ਨਵੰਬਰ ਦੇ ਵਿੱਚ ਕਾਫੀ ਚੇਂਜਸ ਦੇਖਣ ਨੂੰ ਮਿਲੀਆਂ ਨੇ, ਸਪੈਸ਼ਲੀ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਕੁਝ ਅਨਾਉਂਸਮੈਂਟਸ ਹੋਈਆਂ ਨੇ। ਸੋ ਹੁਣ ਜੇ ਗੱਲ ਕੀਤੀ ਜਾਵੇ ਤਾਂ ਅੱਜ ਜਿਹੜੀ ਖਾਸ ਇੱਕ ਵੱਡੀ ਚੇਂਜ ਦੇਖਣ ਨੂੰ ਮਿਲੀ ਹੈ, NOC ਕੋਡਸ ਜਿਹੜੇ ਹੈਗੇ ਉਹਨਾਂ ਦੇ ਵਿੱਚ ਚੇਂਜਸ ਦੇਖਣ ਨੂੰ ਮਿਲੀਆਂ ਨੇ। ਇਹ ਦੱਸਿਓ ਕਿ ਕੀ ਚੇਂਜਸ ਹੈਗੀਆਂ ਨੇ, ਕੀ ਇਹਦਾ ਇੰਪੈਕਟ ਪਏਗਾ? ਤਰਨ ਜੀ, ਨੌਕ ਸਿਸਟਮ ਚੇਂਜ ਹੋ ਰਿਹਾ ਐਂਡ ਨੌਕ ਸਿਸਟਮ ਤੋਂ ਅਸੀਂ ਟੀਅਰ ਸਿਸਟਮ ਦੇ ਵਿੱਚ ਜਾ ਰਹੇ ਹਾਂ। ਸੋ ਟੀਅਰ ਸਿਸਟਮ ਦੇ ਵਿੱਚ ਚੇਂਜਸ ਨੌਕਸ ਦੇ ਵਿੱਚ ਇਸ ਤਰ੍ਹਾਂ ਹੋਈਆਂ ਕਿ ਜਿਹੜਾ ਟੀਅਰ 0 ਸੀਗਾ ਉਹ ਨੌਕ 0 ਬਣ ਗਿਆ, ਨੌਕ O ਬਣ ਗਿਆ। ਸੋ ਜਿਹੜਾ ਟੀਅਰ 1 ਸੀਗਾ ਉਹ ਟੀਅਰ 2 ਬਣ ਗਿਆ, ਟੀਅਰ 1 ਹੋ ਗਿਆ। ਜਿਹੜਾ ਟੀਅਰ 2 ਆ ਰਿਹਾ ਹੈਗਾ, ਜਿਹੜਾ ਨੌਕ B ਸੀਗੇ ਉਹ ਟੀਅਰ 3 ਐਂਡ ਟੀਅਰ 4 ਹੈਗੇ ਨੇ। ਓਕੇ, ਮੈਂ ਦੁਬਾਰਾ ਰਿਪੀਟ ਕਰਦਾ, ਨੌਕ O ਇਜ਼ ਟੀਅਰ O 1 O, ਠੀਕ ਹੈ। ਨੌਕ A is tier 1. Okay. Knock B is tier 2 and tier 3. Okay. Knock C is tier 4 and knock D is tier 5. So ਜਿਹੜੇ C and D ਹੈਗੇ ਨੇ ਉਹ ਲੇਬਰ ਹੈਲਪਰ, also 4 and 5 ਟੀਅਰ ਜਿਹੜੇ ਹੈਗੇ ਨੇ ਉਹ ਲੇਬਰ ਹੈਲਪਰ ਨੌਕਸ ਹੈਗੇ ਨੇ। ਸੋ ਉਹਦੇ ਵਿੱਚ ਉਹੀ ਵਾਈਸ ਪ੍ਰੈਜ਼ੀਡੈਂਟ, CEO ਵਾਲੇ, CFO ਵਾਲੇ ਨੌਕਸ ਆਣਗੇ। ਟੀਅਰ 1 ਦੇ ਵਿੱਚ ਮੈਨੇਜੀਰੀਅਲ ਨੌਕਸ ਆ ਗਏ। ਟੀਅਰ 2 ਐਂਡ 3 ਦੇ ਵਿੱਚ ਉਹ ਨੌਕਸ ਆ ਗਏ ਜਿਹੜੇ ਸੁਪਰਵਾਈਜ਼ਰ ਲੈਵਲ ਦੇ ਹੋ ਗਏ ਜਾਂ ਟੈਕਨੀਕਲ ਨੌਕਸ ਹੋ ਗਏ, ਜਾਂ ਜਿਹੜੀਆਂ ਚੇਂਜਸ ਦੇ 16 ਆਕੂਪੇਸ਼ਨਸ ਇਹੋ ਜਿਹੇ ਆਇਡੈਂਟੀਫਾਈ ਕੀਤੇ ਗਏ ਨੇ ਜਿਹੜੇ ਉਹਦੇ ਵਿੱਚ ਟੀਅਰ 4 ਦੇ ਵਿੱਚ ਐਡ ਕੀਤੇ ਨੇ। ਉਹਦੇ ਵਿੱਚ ਟਰੱਕ ਡਰਾਈਵਰਸ ਇਜ਼ ਵਨ ਆਫ ਦੈਮ, ਡੈਂਟਲ ਅਸਿਸਟੈਂਟਸ ਇਜ਼ ਅਨਦਰ ਵਨ, ਉਸ ਤੋਂ ਬਾਅਦ ਫਾਰਮੇਸੀ ਅਸਿਸਟੈਂਟਸ ਇਜ਼ ਅਨਦਰ, ਨਰਸ ਆਰਡਲੀਜ਼ ਇਹ ਹੋਰ ਹੈਗੇ ਨੇ। ਸੋ ਇਹੋ ਜਿਹੇ 16 ਆਕੂਪੇਸ਼ਨਸ ਹੈਗੇ ਨੇ ਜਿਹੜੇ ਟੀਅਰ 4 ਦੇ ਵਿੱਚ, ਟੀਅਰ 3 ਦੇ ਵਿੱਚ ਐਡ ਕਰ ਦਿੱਤੇ ਗਏ ਨੇ, ਜਿਹੜੇ ਹੁਣ ਨੌਕ B ਦੇ ਵਿੱਚ ਕੰਸੀਡਰ ਹੋਣਗੇ। ਐਸੇ ਕਰਕੇ ਜਿਹੜੇ ਟਰੱਕ ਡਰਾਈਵਰਸ ਆਏ ਹੋਏ ਸੀਗੇ ਉਹਨਾਂ ਦੀ ਫੈਮਲੀਜ਼ ਹੁਣ ਜੁਆਇਨ ਕਰ ਸਕਣਗੀਆਂ ਵਰਕ ਪਰਮਿਟ ਤੇ, ਡਿਪੈਂਡੈਂਟ ਵੀਜ਼ਾਸ ਤੇ। ਸੋ ਉਹਨਾਂ ਦਾ ਫਾਇਦਾ ਲੈ ਸਕਣਗੇ, ਬੱਚੇ ਉਹਨਾਂ ਦੇ ਸਕੂਲ ਜਾ ਸਕਣਗੇ। ਬਟ ਸਭ ਤੋਂ ਇੰਪੋਰਟੈਂਟ ਇਹੀ ਹੈ ਕਿ ਬੱਚਿਆਂ ਨੂੰ ਇੱਕੋ ਹੀ ਚੀਜ਼ ਕਿ ਸ਼ਾਰਟ ਟਰਮ ਗੋਲ ਦੀ ਜਗ੍ਹਾ ਲੌਂਗ ਟਰਮ ਗੋਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰੀ ਪਰਮਾਨੈਂਟ ਰੈਜ਼ੀਡੈਂਸੀ ਕਿਸ ਤਰ੍ਹਾਂ ਹੋ ਰਹੀ ਹੈ। ਸੋ ਜਿਹੜੇ ਟਰੱਕ ਡਰਾਈਵਰ ਸਿਰਫ ਆ ਸੋਚ ਕੇ ਬੈਠੇ ਹੋਏ ਸੀਗੇ ਕਿ ਐਕਸਪ੍ਰੈਸ ਐਂਟਰੀ ਆਉਣ ਨਾਲ ਸਾਨੂੰ ਫਾਇਦਾ ਹੋਏਗਾ, ਫਾਇਦਾ ਸਿਰਫ ਇੰਨਾ ਹੀ ਹੋਏਗਾ ਕਿ ਫੈਮਿਲੀ ਉਹਨਾਂ ਦੀ ਇੱਥੇ ਆ ਕੇ ਉਹਨਾਂ ਨੂੰ ਜੁਆਇਨ ਕਰ ਸਕੇਗੀ। ਬਟ ਜੇ ਉਹਨਾਂ ਦੀ PR ਦੀ ਗੱਲ ਕਰੀਏ ਤੇ ਐਕਸਪ੍ਰੈਸ ਐਂਟਰੀ ਦੇ ਅੰਡਰ ਗ੍ਰੇਡ 12 ਦੇ ਨਾਲ PR ਲੈਣੀ ਇਜ਼ ਨਾਟ ਗੋਇੰਗ ਟੂ ਬੀ ਈਜ਼ੀ, ਐਂਡ ਉਹ ਵੀ 4 ਜਾਂ 5 ਬੈਂਡਸ ਆਈਲੈਟਸ ਦੇ ਨਾਲ। ਜੇ ਤੇ ਟਰੱਕ ਡਰਾਈਵਰ ਉਹ ਹੈਗੇ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਜਾਂ ਮਾਸਟਰਸ ਕੀਤੀ ਹੋਈ ਹੈ ਤੇ ਬੈਂਡਸ ਵੀ ਅੱਛੇ ਲੈ ਸਕਦੇ ਨੇ, ਐਬਸੋਲਿਊਟਲੀ ਉਹ ਉਹਨਾਂ ਵਾਸਤੇ ਫਾਇਦਾਮੰਦ ਹੈਗਾ। ਐਂਡ ਈਵਨ ਜਿਹੜੇ ਆਊਟਸਾਈਡ ਆਫ ਕੈਨੇਡਾ ਬੈਠੇ ਹੋਏ ਨੇ ਐਪਲੀਕੈਂਟਸ, ਜੇ ਉਹ ਅੱਜ ਦੀ ਤਰੀਕ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਕੁਆਲੀਫਾਈ ਕਰ ਸਕਦੇ ਨੇ ਵਿਦ ਥੀਸ ਟੀਅਰ ਚੇਂਜਸ, ਉਹ ਟਰੱਕ ਡਰਾਈਵਰ ਦੇ ਤੌਰ ਤੇ ਸਟ੍ਰੇਟ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਲੈਂਡ ਕਰ ਸਕਦੇ ਨੇ। ਸੋ ਉਹਨਾਂ ਨੂੰ ਵਰਕ ਪਰਮਿਟ ਤੇ ਆਉਣ ਦੀ ਵੀ ਲੋੜ ਨਹੀਂ ਹੈਗੀ। ਸੋ ਆਹ ਚੇਂਜਸ ਕੁਛ ਇੱਕ ਆਈਆਂ ਹੈਗੀਆਂ, ਬਟ ਇਹਦਾ ਲੌਂਗ ਟਰਮ ਜਿਹੜਾ ਰਿਜ਼ਲਟਸ ਹੈਗੇ ਨੇ ਇਹ ਅਗਲੇ ਆਉਣ ਵਾਲੇ 2-3 ਹਫ਼ਤਿਆਂ ਦੇ ਵਿੱਚ ਹੋਰ ਕਲੀਅਰਲੀ ਸਮਝ ਆਉਣਗੇ। ਸਰ, ਇਹਨਾਂ ਦਾ ਐਕਸਪ੍ਰੈਸ ਐਂਟਰੀ ਦੇ ਉੱਤੇ ਹੁਣ ਕੀ ਅਸਰ ਪਏਗਾ? ਹੁਣ ਜਿਨ੍ਹਾਂ ਨੇ ਇੱਕ ਤਾਂ ਚਲੋ ਜਿਨ੍ਹਾਂ ਦੀ ਆਈ ਹੋਈ ਸੀ, ਅਪਲਾਈ ਕੀਤਾ ਹੋਇਆ ਸੀ, ਜਿਨ੍ਹਾਂ ਨੇ ਨਵਿਆਂ ਨੇ ਅਪਲਾਈ ਕਰਨਾ ਜਾਂ ਜਿਨ੍ਹਾਂ ਦਾ ਹਜੇ ਆਪਣੀ ਪੂਲ 'ਚ ਫਾਈਲ ਪਾਈ ਹੋਈ ਹੈ ਬਟ ਅਜੇ ਤੱਕ ਉਹਨਾਂ ਦਾ ਕੁਝ ਨਿਕਲਿਆ ਨਹੀਂ, ਸਿਸਟਮ ਨਹੀਂ ਹੋਇਆ ਹੈਗਾ, ਸੋ ਇਹਨਾਂ ਦੇ ਉੱਤੇ ਕੀ ਇੰਪੈਕਟ ਪਏਗਾ? ਤਰਨ ਜੀ, ਐਜ਼ ਆਫ ਟੁਡੇ ਸਕੋਰ ਜਿਹੜਾ ਹੈਗਾ 494 ਤੇ ਬੈਠਾ ਹੈ। ਲਾਸਟ ਡਰਾ ਜਿਹੜਾ ਸੀਗਾ 494 ਸੀਗਾ, ਰਾਈਟ? ਉਸ ਤੋਂ ਬਾਅਦ ਤਾਂ ਅਸੀਂ ਕੋਈ ਡਰਾ ਆਊਟ ਹੁੰਦਾ ਦੇਖਿਆ ਨਹੀਂ ਹੈਗਾ। ਸੋ ਜਿਹੜਾ ਟਰੱਕ ਡਰਾਈਵਰ ਬੈਠਾ ਹੀ 250 ਦੇ ਸਕੋਰ ਦੇ ਉੱਤੇ ਹੈਗਾ ਉਹ ਕਿਸ ਤਰ੍ਹਾਂ ਪਿਕ ਹੋਏਗਾ ਐਕਸਪ੍ਰੈਸ ਐਂਟਰੀ ਦੇ ਵਿੱਚ? ਉਹਨਾਂ ਵਾਸਤੇ ਤੇ PNP ਇਜ਼ ਦਾ ਆਪਸ਼ਨ ਕਿ PNP ਦੇ ਵਿੱਚ ਤੁਸੀਂ ਜਾਓ, PNP ਦੇ ਵਿੱਚ ਕੁਆਲੀਫਾਈ ਕਰੋ, PNP ਵਿੱਚ ਪਰਮਾਨੈਂਟ ਰੈਜ਼ੀਡੈਂਸੀ ਲਓ। ਜੇ ਅਸੀਂ ਗੱਲ ਕਰੀਏ ਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਤੁਸੀਂ 250 ਦੇ ਨਾਲ ਪਿਕ ਹੋ ਜਾਓਗੇ, ਉਹ ਤੇ ਇਟਸ
ਇਟਸ ਨਾਟ ਅ ਵਾਈਜ਼ ਥਿੰਕਿੰਗ ਬਿਕੋਜ਼ ਉਹ ਹੋਣ ਵਾਲੀ ਚੀਜ਼ ਨਹੀਂ ਹੈਗੀ। ਸੋ ਜਿਹੜੇ ਟਰੱਕ ਡਰਾਈਵਰਸ ਗ੍ਰੇਡ 12 ਜਾਂ 4 ਬੈਂਡਸ ਵਾਲੇ ਹੈਗੇ ਨੇ ਉਹਨਾਂ ਨੂੰ ਪੀਐਨਪੀ ਦੇ ਉੱਤੇ ਹੀ ਫੋਕਸ ਰੱਖਣਾ ਚਾਹੀਦਾ ਅੰਟਿਲ ਐਂਡ ਅਨਲੈਸ ਜਿਹੜਾ ਅਸੀਂ ਕਹਿ ਰਹੇ ਸੀਗੇ ਕਿ ਇਮੀਗ੍ਰੇਸ਼ਨ ਮਿਨਿਸਟਰ ਨੂੰ ਅਸੀਂ ਪਾਵਰ ਦੇ ਰਹੇ ਹਾਂ ਕਿ he will have then authority ਕਿ ਉਹ ਕੋਈ ਸਪੈਸੀਫਿਕ ਆਕੂਪੇਸ਼ਨ ਦਾ ਡਰਾ ਕਰ ਸਕਦਾ। ਸੋ ਜੇ ਉਹ ਕੱਲਾ 10,000 ਟਰੱਕ ਡਰਾਈਵਰ ਦਾ ਜਾਂ 5,000 ਟਰੱਕ ਡਰਾਈਵਰ ਦਾ ਡ੍ਰੌਪ ਪੁੱਲ ਆਊਟ ਕਰਦੇ ਨੇ ਸੋ ਤਾਂ 250 ਤੱਕ ਜਾਣ ਦੀ ਉਮੀਦ ਆ ਜਿਹਦੇ ਚਾਂਸਸ ਅੱਜ ਦੀ ਤਰੀਕ ਦੇ ਵਿੱਚ ਨੈਗਲੀਜੀਬਲ ਹੈਗੇ ਨੇ। ਪੀਐਨਪੀ ਦੇ ਉੱਤੇ ਤਾਂ ਨਹੀਂ ਇਹਨਾਂ ਚੇਂਜਸ ਦਾ ਕੋਈ ਅਸਰ ਹੋਏਗਾ? ਪੀਐਨਪੀ ਦਾ ਸਿਰਫ ਤਰਨ ਜੀ ਪੀਐਨਪੀ ਦੇ ਵਿੱਚ ਵੀ ਨੌਕਸ ਚੇਂਜ ਹੋ ਗਏ ਨੇ। ਸੋ ਹਰ ਪੀਐਨਪੀ ਦੇ ਵਿੱਚ ਐਪਲੀਕੇਸ਼ਨਸ ਚੇਂਜ ਹੋ ਸਕਦਾ ਕਰਨੀਆਂ ਪੈਣਗੀਆਂ। ਅਦਰ ਦੈਨ ਦੈਟ ਉਹ ਨੌਕਸ ਉਹੀ ਰਹਿਣਗੇ, ਉਸੇ ਤਰ੍ਹਾਂ ਦੇ ਰਹਿਣਗੇ, ਉਹ ਟੀਅਰਸ ਦੇ ਵਿੱਚ ਚੱਲ ਜਾਣਗੇ ਤੇ ਉਹਦੇ ਵਿੱਚ ਉਸੇ ਤਰ੍ਹਾਂ ਚੇਂਜਸ ਹੈਗੀਆਂ ਬਟ ਉਹਦੇ ਵਿੱਚ ਅਪਡੇਟਸ ਕਰਨੀਆਂ ਪੈਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ। ਈਮੇਲਸ ਵੀ ਆਣੀਆਂ ਸ਼ੁਰੂ ਹੋ ਗਈਆਂ ਸਾਰਿਆਂ ਨੂੰ। ਓਕੇ, ਸਾਨੂੰ ਇੱਕ ਦਰਸ਼ਕ ਇੱਥੇ YouTube ਤੇ ਸਵਾਲ ਕਰ ਰਹੇ ਨੇ, ਵੈਸੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਸਾਨੂੰ ਕਾਲ ਕਰ ਲਿਆ ਕਰੋ ਲਾਈਵ ਪ੍ਰੋਗਰਾਮ ਦੇ ਵਿੱਚ। ਤੇ ਇਹਨਾਂ ਦਾ ਸਵਾਲ ਹੈ ਕਿ COPR ਦੀ ਵੇਟ ਕਰ ਰਹੇ ਨੇ 1 ਮਹੀਨੇ ਤੋਂ, ਕਿੰਨਾ ਸਮਾਂ ਹਜੇ ਲੱਗ ਸਕਦਾ ਆ? COPR ਦੀ ਵੇਟ ਮਤਲਬ ਇਹਨਾਂ ਨੇ ਲਾਸਟ ਡਾਕੂਮੈਂਟ ਸਬਮਿਟ ਕੀਤੇ ਸੀਗੇ ਜੀ 4 ਤੋਂ 12 ਹਫ਼ਤਿਆਂ ਦਾ ਟਾਈਮ ਚ ਲੱਗ ਸਕਦਾ ਜੀ ਉਸ ਦੇ ਵਿੱਚ। ਜੀ ਬਿਲਕੁਲ, ਤੇ ਕੋਸ਼ਿਸ਼ ਕਰੋ ਜੀ ਜੇ ਤੁਸੀਂ ਮੈਸੇਜ ਵੀ ਕਰ ਰਹੇ ਹੋ ਤਾਂ ਪੂਰੀ ਡਿਟੇਲਸ ਦਿਵੋ ਕਿਉਂਕਿ ਐਨਿਕ ਡਿਟੇਲ ਦੇ ਉੱਤੇ ਪੂਰੀ ਜਾਣਕਾਰੀ ਦੇਣਾ ਵੀ ਮੁਸ਼ਕਿਲ ਹੈ, ਪਰ ਕਾਲ ਕਰੋ ਜ਼ਿਆਦਾ ਬੈਟਰ ਹੋ ਸਕਦਾ ਆ। ਇਹਦੇ ਨਾਲ ਜਦੋਂ ਆਪਾਂ ਚੇਂਜਸ ਦੀ ਗੱਲ ਕਰਦੇ ਹਾਂ, ਤੁਸੀਂ ਟਰੱਕ ਡਰਾਈਵਰ ਨੂੰ ਤੁਸੀਂ ਟੱਚ ਕੀਤਾ, ਥੋੜਾ ਜਿਹਾ ਇਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰ ਲੈਂਦੇ ਹਾਂ। ਟਰੱਕ ਡਰਾਈਵਰਸ ਦੇ ਆਪਸ਼ਨਸ ਦੇ ਬਾਰੇ ਜਦੋਂ ਗੱਲ ਕਰਦੇ ਹਾਂ ਆਪਾਂ ਤਾਂ ਇਹ ਚੇਂਜਸ ਹੋਣ ਦੇ ਨਾਲ ਟਰੱਕ ਡਰਾਈਵਰਸ ਦੇ ਉੱਤੇ ਕਿੰਨਾ ਕੁ ਇੰਪੈਕਟ ਪੈ ਸਕਦਾ ਆ? ਤਰਨ ਮੈਂ ਨਾ 4 ਸਿਨੈਰੀਓਜ਼ ਡਿਸਕਸ ਕਰਦਾ ਜੀ। ਇਸ ਟਾਈਮ ਤੇ ICC ਇਮੀਗ੍ਰੇਸ਼ਨ ਦੇ ਕੋਲ ਸਾਡੇ ਕੋਲ ਇੱਕ EMPLOYER ਹੈਗੇ ਨੇ ਜਿਨ੍ਹਾਂ ਨੂੰ ਟਰੱਕ ਡਰਾਈਵਰਸ ਦੀ ਇਮੀਡੀਏਟ ਰਿਕੁਆਇਰਮੈਂਟ ਹੈਗੀ ਹੈ। ਉਹਨਾਂ ਕੋਲ ਪ੍ਰੀ ਅਪਰੂਵਡ LMIs ਵੀ ਹੈਗੇ ਨੇ। ਸੋ ਉਹਨਾਂ ਵਾਸਤੇ ਉਹਨਾਂ ਨੂੰ ਅਸੀਂ 4 ਸਿਨੈਰੀਓਜ਼ ਇਸ ਵਾਸਤੇ ਡਿਸਕਸ ਕਰਦੇ ਹਾਂ ਬਿਕੋਜ਼ ਐਪਲੀਕੈਂਟਸ 4 ਸਿਨੈਰੀਓਜ਼ ਦੇ ਵਿੱਚੋਂ ਆਉਂਦੇ ਨੇ। ਪਹਿਲੇ ਤੇ ਉਹ ਸਿਨੈਰੀਓ ਹੋ ਗਿਆ ਕਿ ਤੁਸੀਂ ਮਿਡਲ ਈਸਟ ਦੇ ਵਿੱਚ ਬੈਠੇ ਹੋ, ਇਟਲੀ ਦੇ ਵਿੱਚ ਬੈਠੇ ਹੋ, ਯੂਰਪ ਦੇ ਵਿੱਚ ਬੈਠੇ ਹੋ, ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਬੈਠੇ ਹੋ, ਟਰੱਕਿੰਗ ਕਰ ਰਹੇ ਹੋ। ਸੋ ਉੱਥੋਂ ਵਰਕ ਪਰਮਿਟ ਲੈ ਕੇ ਤੁਸੀਂ ਕੈਨੇਡਾ ਆਣਾ ਤੇ ਇੱਥੇ ਆ ਕੇ ਸੈਟਲ ਹੋਣਾ ਚਾਹੁੰਦੇ ਹੋ ਤੇ ਉਹਨਾਂ ਵਾਸਤੇ ਇੱਕੋ ਹੀ ਚੀਜ਼ ਕਿ ਉਸੇ ਕੰਟਰੀ ਤੋਂ ਜਿਹੜੀ ਕੰਟਰੀ 'ਚ ਬੈਠੇ ਹੋਏ ਨੇ, ਮਿਡਲ ਈਸਟ 'ਚ ਬੈਠੇ ਹੋਏ ਨੇ, ਯੂਰਪ ਦੇ ਵਿੱਚ ਬੈਠੇ ਨੇ, ਆਸਟ੍ਰੇਲੀਆ ਨਿਊਜ਼ੀਲੈਂਡ, ਉੱਥੋਂ ਹੀ ਵਰਕ ਪਰਮਿਟ ਦੀ ਐਪਲੀਕੇਸ਼ਨ ਉਹਨਾਂ ਦੀ ਲੱਗ ਸਕਦੀ ਹੈ। ਉਹਨਾਂ ਦੇ ਐਪਲੀਕੈਂਟ ਦੇ ਕੋਲ 2 ਚੀਜ਼ਾਂ ਰਿਕੁਆਇਰਮੈਂਟ ਹੈਗੀ ਹੈ। ਇੱਕ ਤਾਂ ਉਹਦੇ ਕੋਲ 2 ਸਾਲ ਦਾ ਐਕਸਪੀਰੀਅੰਸ ਜ਼ਰੂਰ ਹੋਵੇ ਟਰੱਕਿੰਗ ਦਾ। ਦੂਸਰੀ ਰਿਕੁਆਇਰਮੈਂਟ ਹੈਗੀ ਗ੍ਰੇਡ 12 ਜ਼ਰੂਰ ਕੀਤਾ ਹੋਵੇ। ਤੀਸਰਾ ਹੈਗਾ ਆਈਲੈਟ ਦੇ ਵਿੱਚ 5 ਬੈਂਡ ਜ਼ਰੂਰ ਹੋਣ। ਸੋ ਆਹ 3 ਰਿਕੁਆਇਰਮੈਂਟ ਜਿਹੜਾ ਮੀਟ ਕਰਦਾ ਹੋਏਗਾ ਉਹਦਾ ਅਸੀਂ LMIA ਉਹ ਸਾਨੂੰ ਆਪਣਾ CV ਫਾਰਵਰਡ ਕਰ ਦੇਣ, ਆਪਣਾ ਲਾਇਸੈਂਸ ਦੀ ਕਾਪੀਜ਼ ਫਾਰਵਰਡ ਕਰ ਦੇਣ, ਆਪਣੀ ਐਜੂਕੇਸ਼ਨਲ ਡਿਟੇਲਸ ਫਾਰਵਰਡ ਕਰ ਦੇਣ ਤੇ ਅਸੀਂ ਉਹਨਾਂ ਦੀ ਇੰਟਰਵਿਊ ਕਰਵਾ ਕੇ ਵੀ ਕੈਨ ਡੂ ਦਿਸ ਰਾਈਟ ਅਵੇ। ਪਹਿਲੀ ਚੀਜ਼ ਤਾਂ ਇਹ ਹੋ ਗਈ। ਇਹ ਸਿਨੈਰੀਓ 1 ਹੋ ਗਿਆ। ਸਿਨੈਰੀਓ 2 ਆ ਗਿਆ ਤਰਨ ਜੀ ਕਿ ਕੋਈ ਕੈਨੇਡਾ ਆਇਆ, ਇੱਥੇ ਆ ਕੇ ਉਹਨਾਂ ਨੇ ਆਪਣਾ ਟਰੱਕ ਦਾ AZ ਲਾਇਸੈਂਸ ਲੈ ਲਿਆ। ਸੋ ਲਾਇਸੈਂਸ ਲੈ ਕੇ ਉਹ ਹੁਣ ਜੌਬ ਦੀ ਭਾਲ ਦੇ ਵਿੱਚ ਹੈਗੇ ਨੇ। ਸੋ ਉਹਨਾਂ ਨੂੰ ਇਹੋ ਜਿਹੇ ਸਾਰੇ ਐਪਲੀਕੈਂਟਸ ਨੂੰ ਕਹੂੰਗਾ ਕਿ ਆਪਣੇ CVs, ਆਪਣਾ ਰੈਜ਼ੂਮੇ ਤੇ ਆਪਣਾ ਡਰਾਈਵਿੰਗ ਲਾਇਸੈਂਸ ਲੈ ਕੇ ਸਾਨੂੰ ਆਫਿਸ ਦੇ ਵਿੱਚ ਆ ਕੇ ਮੁਲਾਕਾਤ ਕਰੋ। ਅਸੀਂ ਰਾਈਟ ਅਵੇ ਤੁਹਾਡੀ ਇੰਟਰਵਿਊ ਕਰਵਾ ਸਕਦੇ ਹਾਂ। EMPLOYER ਤੁਹਾਨੂੰ ਇੰਟਰਵਿਊ ਕਰਕੇ LMIA ਪ੍ਰੋਵਾਈਡ ਕਰਵਾਏਗਾ, ਵਰਕ ਪਰਮਿਟ ਲੈ ਕੇ ਦੇਗਾ ਐਂਡ 1 ਸਾਲ ਜਾਂ 2 ਸਾਲ ਦਾ ਬਾਅਦ ਤੁਸੀਂ PNP ਦੇ ਵਿੱਚ PR ਵਾਸਤੇ ਕੁਆਲੀਫਾਈ ਹੋ ਜਾਓਗੇ। 1 ਸਾਲ ਜਾਂ 2 ਸਾਲ ਇਸ ਵਾਸਤੇ ਕਿਉਂਕਿ ਨਿਊ ਬ੍ਰਾਂਸਵਿਕ ਦੀ ਰਿਕੁਆਇਰਮੈਂਟ ਹੈਗੀ ਹੈ ਕਿ ਤੁਹਾਡੇ ਕੋਲ 2 ਸਾਲ ਦਾ ਟਰੱਕਿੰਗ ਦਾ ਐਕਸਪੀਰੀਅੰਸ ਜ਼ਰੂਰ ਹੋਣਾ ਚਾਹੀਦਾ। ਸੋ ਨਿਊ ਬ੍ਰਾਂਸਵਿਕ ਦੇ ਵਿੱਚ 6 ਮਹੀਨੇ ਕੰਮ ਕਰਨ ਤੋਂ ਬਾਅਦ ਤੁਹਾਡੀ PR ਦੀ PNP ਦੀ ਫਾਈਲ ਲੱਗ ਸਕਦੀ ਹੈ 6 ਮਹੀਨੇ ਬਾਅਦ। ਨੋਵਾ ਸਕੋਸ਼ੀਆ ਦੀ ਰਿਕੁਆਇਰਮੈਂਟ ਹੈ ਕਿ 1 ਸਾਲ ਕੰਮ ਕਰਨ ਤੋਂ ਬਾਅਦ ਤੁਹਾਡੀ ਫਾਈਲ ਲੱਗਣੀ ਹੈ। ਸੋ ਅਲੱਗ-ਅਲੱਗ ਪ੍ਰੋਵਿੰਸਿਸ ਦਾ ਰਿਕੁਆਇਰਮੈਂਟਸ ਹੈਗੀਆਂ। ਸੋ ਆ ਜਿਹੜੇ EMPLOYER ਹੈਗੇ ਨੇ ਦੇ ਆਰ ਹਿਊਜ EMPLOYERS ਐਸਟੈਬਲਿਸ਼ਡ ਆਲ ਓਵਰ ਕੈਨੇਡਾ। ਸੋ ਇਹ ਸਿਨੈਰੀਓ 2 ਹੋ ਗਿਆ। ਸੋ ਸਿਨੈਰੀਓ 3 ਉਹ ਆ ਗਿਆ ਕਿ ਜਿਹੜੇ ਵਿਜ਼ਟਰ ਆਏ ਨੇ ਜਿਨ੍ਹਾਂ ਨੇ ਹਲੇ ਲਾਇਸੈਂਸ ਲੈਣਾ ਆ ਉਹ ਲਾਇਸੈਂਸਰ ਬਟ ਟਰੱਕਿੰਗ ਦੇ ਵਿੱਚ ਜਾਣਾ ਚਾਹੁੰਦੇ ਨੇ। ਸੋ ਇਹੋ ਜਿਹੇ ਸਾਰੇ ਐਪਲੀਕੈਂਟਸ ਨੂੰ ਕਹੂੰਗਾ ਕਿ ਆ ਕੇ ਸਾਨੂੰ ਮੁਲਾਕਾਤ ਕਰ ਲਓ ਬਿਕੋਜ਼ EMPLOYER ਈਵਨ ਡਰਾਈਵਿੰਗ ਸਕੂਲ ਦਾ ਜਿਹੜਾ ਟਰੱਕ ਡਰਾਈਵਿੰਗ ਸਕੂਲ ਦੇ ਖਰਚੇ ਵੀ ਬੀਅਰ ਕਰਨ ਨੂੰ ਤਿਆਰ ਹੈਗਾ। ਸੋ ਉਹ ਵੀ ਤੁਹਾਨੂੰ ਫਾਇਦਾ ਹੋ ਸਕਦਾ ਹੈ। ਸਿਨੈਰੀਓ 4 ਇਸ ਕਾਲ ਤੋਂ ਬਾਅਦ ਡਿਸਕਸ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਕਰਨ ਜੀ ਸਤਿ ਸ਼੍ਰੀ ਅਕਾਲ, ਦੱਤਾ ਸਰ ਨੂੰ ਵੀ ਸਤਿ ਸ਼੍ਰੀ ਅਕਾਲ। ਮਨਮੋਹਨ ਵਾਲੀਆ ਕਰ ਰਹੇ ਜੀ। ਵਾਲੀਆ ਜੀ, ਕੀ ਹਾਲ ਚਾਲ ਨੇ, ਕੀ ਸਵਾਲ ਹੈ ਤੁਹਾਡਾ? ਮੈਂ ਸਵਾਲ ਜਨਰਲ ਪੁੱਛਣਾ ਚਾਹੁੰਦਾ ਜੀ ਕਿ ਕੁਝ ਵਾਕਫਕਾਰ ਮੇਰੇ ਇੰਡੀਆ ਨੇ ਉਹਨਾਂ ਦਾ ਜਿਸ ਤਰ੍ਹਾਂ ਵਿਜ਼ਟਰ ਵੀਜ਼ਾ ਰਿਫਿਊਜ਼ ਹੋ ਗਿਆ, ਡਿਨਾਈ ਹੋ ਕੇ ਆ ਗਿਆ ਕਿ ਫੰਡਸ ਦੀ ਹੋ ਗਈ ਜਾਂ ਜੋ ਵੀ ਲਿਮਟਡ ਜਿਹਾ ਹੁੰਦਾ, ਫਿਰ ਵਾਪਸੀ ਦਾ ਕੋਈ ਗਰੰਟੀ ਨਹੀਂ ਜਾਂ ਫੰਡਸ ਕਰਕੇ ਇਜ਼ ਇਟ ਵਰਥ ਕੇ ਉੱਥੇ ਇੰਡੀਆ ਵਿੱਚ ਹੀ ਦੁਬਾਰਾ ਉਹਨੂੰ ਪਰਸਿਊ ਕਰਨਾ ਚਾਹੀਦਾ ਕਿ ਜਾਂ ਰਿਕਮੈਂਡ ਕਰਦੇ ਆ ਕਿ ਉਹ ਬੰਦਾ ਇੱਥੇ ਕੈਨੇਡਾ ਵਿੱਚ ਜਿਸ ਤਰ੍ਹਾਂ ਇਹਨਾਂ ਦੇ ਥਰੂ ਕੋਈ ਕਰੇ ਰੀਅਪਲਾਈ ਕਰੇ ਤਾਂ ਉਹ ਬੈਟਰ ਹੈਗਾ? ਕਿ ਇਹਦੇ ਨਾਲ ਹੀ ਇੱਕ ਹੋਰ ਗੱਲ ਵਿੱਚ ਪੁੱਛਣਾ ਚਾਹੁੰਦਾ, ਜਿਵੇਂ ਇਹਨਾਂ ਦਾ ਆਫਿਸ ਹੀ ਸਪੋਜ਼ਿੰਗ ਇੰਡੀਆ ਦੇ ਵਿੱਚ ਜਿਵੇਂ ਕੋਈ ਹੈਗਾ,
ਉੱਥੇ ਉੱਥੇ ਅਪਰੋਚ ਕਰਨਾ ਜਾਂ ਡਾਇਰੈਕਟ ਇੱਥੇ ਅਪਰੋਚ ਕਰਨ 'ਚ ਕੋਈ ਪ੍ਰੋਸੈਸਿੰਗ 'ਚ ਫਰਕ ਪੈਂਦਾ ਇਹਨਾਂ ਦੇ ਆਫਿਸ ਦੇ ਵਿੱਚ ਕੋਈ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ ਜੀ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ, ਅਸੀਂ ਉਹਨਾਂ ਦੇ ਵੀ ਕਾਲ ਲੈ ਲਈਏ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਦੇ ਆਨਸਰ ਦਿੰਦੇ ਆ। ਮਾਫੀ ਚਾਹਾਂਗੇ ਜੀ, ਸ਼ਾਇਦ ਫੋਨ ਡਿਸਕਨੈਕਟ ਹੋ ਗਿਆ। ਵਾਲੀਆ ਜੀ ਦਾ ਸਵਾਲ ਹੈ, ਪਹਿਲਾਂ ਤਾਂ ਜੋ ਰਿਫਿਊਜ਼ਲ ਦੀ ਗੱਲ ਕੀਤੀ ਹੈ ਉਹਨਾਂ ਨੇ। ਤਰਨ ਪਹਿਲੇ ਆਪਾਂ ਸਿਨੈਰੀਓ 4 ਖਤਮ ਕਰ Okay, ਲਈਏ। ਠੀਕ ਹੈ। ਸੋ ਸਿਨੈਰੀਓ 4 ਹੋ ਗਿਆ ਕਿ ਜਿਹੜੇ ਐਪਲੀਕੈਂਟਸ ਵਿਦ ਇਨ ਕੈਨੇਡਾ ਹੈਗੇ ਨੇ, ਸਪੋਜ਼ ਇੰਟਰਨੈਸ਼ਨਲ ਸਟੂਡੈਂਟ ਹੀ ਕੋਈ ਆਇਆ ਹੋਇਆ ਹੈ ਜਾਂ ਕਿਸੇ ਦੇ ਸਪਾਊਸ ਦੇ ਕੋਲ ਵਰਕ ਪਰਮਿਟ ਸੀਗਾ ਤੇ ਉਹਨਾਂ ਨੇ ਡਿਪੈਂਡੈਂਟ ਵਰਕ ਪਰਮਿਟ ਲਿੱਤਾ ਹੋਇਆ ਤੇ ਟਰੱਕ ਚਲਾ ਰਹੇ ਨੇ। ਓਕੇ, ਸੋ ਜੇ ਕੋਈ ਵੀ ਇਹੋ ਜਿਹਾ ਐਪਲੀਕੈਂਟ ਹੈਗਾ ਜਿਨ੍ਹਾਂ ਟਰੱਕ ਚਲਾ ਰਿਹਾ, ਸਪੋਜ਼ ਓਨਟਾਰੀਓ ਦੇ ਵਿੱਚ ਚਲਾ ਰਹੇ ਨੇ ਜਾਂ BC ਦੇ ਵਿੱਚ ਚਲਾ ਰਹੇ ਨੇ ਜਾਂ ਉਹਨਾਂ ਦਾ ਵਰਕ ਪਰਮਿਟ ਖਤਮ ਹੋਣ ਤੇ ਆ ਗਿਆ ਤੇ ਉਹਨਾਂ ਦੀ PR ਦੀ ਆਪਸ਼ਨ ਹਲੇ ਕੋਈ ਵੀ ਬਣੀ ਨਹੀਂ ਹੈਗੀ, ਕਿਉਂਕਿ ਓਨਟਾਰੀਓ ਦੇ ਵਿੱਚ PR ਵਾਸਤੇ ਕੁਆਲੀਫਾਈ ਕਰਨਾ PNP ਦੇ ਵਿੱਚ ਇਟ ਇਜ਼ ਨਾਟ ਈਜ਼ੀ। ਸੇਮ ਇਜ਼ ਟਰੂ ਵਿਦ BC ਐਜ਼ ਵੈਲ। ਸੋ ਜੇ ਤੁਹਾਨੂੰ ਲੱਗਦਾ ਪਿਆ ਕਿ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਨਹੀਂ ਹੋ ਸਕਦੀ ਐਂਡ ਤੁਹਾਡਾ ਵਰਕ ਪਰਮਿਟ ਖਤਮ ਹੋਣ ਦੇ ਕਗਾਰ ਦੇ ਵਿੱਚ ਹੈਗਾ ਜਾਂ ਓਪਨ ਤੇ ਹੈਗੇ ਹੋ ਤੇ ਕਮ ਇਨ ਐਂਡ ਸੀ ਅਸ। ਅਸੀਂ ਰਾਈਟ ਵੇ ਤੁਹਾਨੂੰ ਡਿਫਰੈਂਟ EMPLOYER ਕੋਲ ਭੇਜ ਸਕਦੇ ਹੈਗੇ ਆ। ਉੱਥੇ ਅਗੇਨ ਤੁਸੀਂ ਕੰਮ ਕਰਨ ਤੋਂ ਬਾਅਦ PR ਵਾਸਤੇ PNP ਦੇ ਥਰੂ ਕੁਆਲੀਫਾਈ ਕਰ ਸਕਦੇ ਹੋ, ਬਿਕੋਜ਼ ਨੋਵਾ ਸਕੋਸ਼ੀਆ ਤੇ ਨਿਊ ਬ੍ਰੰਸਵਿਕ ਦੀਆਂ ਇੰਨੀਆਂ ਸਟ੍ਰਿੰਜੈਂਟ ਰਿਕੁਆਇਰਮੈਂਟਸ ਨਹੀਂ ਹੈਗੀਆਂ। ਸੋ ਗ੍ਰੇਡ 12 ਐਕਸਪੀਰੀਅੰਸ ਤੇ ਆਈਲੈਟ ਦੇ 4 ਬੈਂਡਸ, ਆ 3 ਰਿਕੁਆਇਰਮੈਂਟਸ ਹੈਗੀਆਂ। ਸੋ ਆ ਹੋ ਗਿਆ ਟਰੱਕਿੰਗ ਦਾ। ਸੋ ਜਿਹੜੇ ਵੀ ਦੋਸਤ ਇਸ ਟਾਈਮ ਇਹਨਾਂ ਚਾਰਾਂ ਸਿਨੈਰੀਓਜ਼ ਦੇ ਵਿੱਚ ਕਿਤੇ ਵਿੱਚ ਵੀ ਫਾਲ ਕਰ ਰਹੇ ਨੇ ਤੇ ਇੱਕ ਵਾਰੀ ICC ਤੇ ਜ਼ਰੂਰ ਸਾਨੂੰ ਕੰਟੈਕਟ ਕਰਨ ਐਂਡ ਆ ਕੇ ਆਪਣਾ ਕੇਸ ਡਿਸਕਸ ਕਰਨ 101। ਹੁਣ ਕਮਿੰਗ ਬੈਕ ਟੂ ਵਾਲੀਆ ਸਾਹਿਬ, ਵਾਲੀਆ ਸਾਹਿਬ ਨੇ ਕਿਹਾ ਜੀ ਕਿਸੇ ਦਾ ਵਿਜ਼ਿਟ ਵੀਜ਼ਾ ਉਹਨਾਂ ਦੇ ਜਾਣਕਾਰ ਦੇ ਵਿੱਚ ਰਿਫਿਊਜ਼ ਹੋ ਗਿਆ। ਸੋ ਜਦੋਂ ਵੀ ਵਿਜ਼ਿਟ ਵੀਜ਼ਾ ਰਿਫਿਊਜ਼ ਹੁੰਦਾ ਜੀ, ਆਫਿਸਰ ਨੇ ਕੁਛ ਨਾ ਕੁਛ ਕੰਸਰਨ ਜ਼ਰੂਰ ਰੇਜ਼ ਕੀਤੇ ਹੋਣਗੇ ਰਿਫਿਊਜ਼ਲ ਲੈਟਰ ਦੇ ਵਿੱਚ, ਭਾਵੇਂ ਉਹ ਟਾਈਜ਼ ਟੂ ਦਾ ਹੋਮ ਕੰਟਰੀ ਨੂੰ ਲੈ ਕੇ ਰਿਫਿਊਜ਼ ਕੀਤਾ ਗਿਆ ਹੋਵੇ, ਭਾਵੇਂ ਫਾਈਨੈਂਸ਼ੀਅਲ ਸਟੇਟਸ ਨੂੰ ਲੈ ਕੇ ਕੀਤਾ ਗਿਆ ਹੋਵੇ, ਭਾਵੇਂ ਉਹਨਾਂ ਦੇ ਕਿਸੇ ਹੋਰ ਰੀਜ਼ਨ ਨੂੰ ਲੈ ਕੇ ਕੀਤਾ ਹੋਵੇ। ਜਦੋਂ ਵੀ ਆਫਿਸਰ ਵੀਜ਼ਾ ਦੇਣ ਤੇ ਜਾਂਦਾ ਜੀ, ਉਹ 4-5 ਚੀਜ਼ਾਂ ਜ਼ਰੂਰ ਦੇਖਦੇ ਨੇ। ਸਭ ਤੋਂ ਪਹਿਲਾਂ ਦੇਖਦੇ ਨੇ ਉਹ ਐਜ਼ ਆ ਐਪਲੀਕੈਂਟ ਜਿਹੜੇ ਹੈਗੇ ਨੇ ਉਹਨਾਂ ਨੂੰ ਬੁਲਾਉਣ ਵਾਲਾ ਕੌਣ ਹੈਗਾ, ਉਹਨਾਂ ਦਾ ਹੋਸਟ ਕੌਣ ਹੈਗਾ, ਕੋਈ ਹੋਸਟ ਹੈਗਾ ਵੀ ਹੈ ਜਾਂ ਨਹੀਂ ਹੈਗਾ। ਉਹ ਹੋਸਟ ਦਾ ਦੇਖਦੇ ਨੇ ਕਿੰਨਾ ਐਸਟੈਬਲਿਸ਼ਡ ਹੈਗੇ ਨੇ, ਹੋਸਟ ਦਾ ਫਾਈਨੈਂਸ਼ੀਅਲ ਰਿਸੋਰਸਿਸ ਕਿਸ ਤਰ੍ਹਾਂ ਦੇ ਹੈਗੇ ਨੇ। ਜੇ ਉਹਨਾਂ ਨੂੰ ਬੋਰਡਿੰਗ ਐਂਡ ਲੌਜਿੰਗ ਦੀ ਲੋੜ ਪੈਂਦੀ ਤੇ ਹੋਸਟ ਇੰਨਾ ਕਿ ਐਸਟੈਬਲਿਸ਼ਡ ਹੈਗਾ, ਉਹਨੂੰ ਲੁੱਕ ਆਫਟਰ ਕਰ ਸਕਦਾ। ਇਸੇ ਤਰ੍ਹਾਂ ਜਿਹੜੇ ਐਪਲੀਕੈਂਟ ਦੇ ਉੱਤੇ ਉਸ ਤੋਂ ਬਾਅਦ ਆ ਜਾਂਦਾ ਐਪਲੀਕੈਂਟ ਆਪਣੇ ਮੁਲਕ ਦੇ ਵਿੱਚ ਕਿੰਨਾ ਐਸਟੈਬਲਿਸ਼ਡ ਹੈਗਾ, ਉਹਦੇ ਫਾਈਨੈਂਸ਼ੀਅਲ ਰਿਸੋਰਸਿਸ ਕਿਸ ਤਰ੍ਹਾਂ ਦੇ ਹੈਗੇ ਨੇ। ਜੇ ਹੋਸਟ ਸਪੈਂਡ ਨਹੀਂ ਕਰਦਾ, ਉਹਨਾਂ ਦੇ ਕੋਲ ਇਨਫ ਮਨੀ ਹੈਗਾ ਇਸ ਜਰਨੀ ਨੂੰ ਅੰਡਰਟੇਕ ਕਰਨ ਵਾਸਤੇ। ਉਸ ਤੋਂ ਬਾਅਦ ਉਹਨਾਂ ਦੇ ਦੇਖਦੇ ਨੇ ਕਿ ਉਹ ਰੀਜ਼ਨਸ ਕੀ ਹੈਗੇ ਨੇ ਕੈਨੇਡਾ ਘੁੰਮਣ ਜਾਣ ਵਾਸਤੇ। ਉਸ ਤੋਂ ਬਾਅਦ ਆਫਿਸਰ ਦੇਖਦਾ ਜੀ ਕਿ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ, ਟਾਈਜ਼ ਉਹਨਾਂ ਦੇ ਹੋਮ ਕੰਟਰੀ ਨਾਲ ਕਿਹੜੇ ਸਟਰੋਂਗ ਹੈਗੇ ਨੇ ਜਿਹੜੇ ਵਾਪਸ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਖਿੱਚਣਗੇ ਕੈਨੇਡਾ ਆਉਣ ਤੋਂ ਬਾਅਦ। ਸੋ ਆ ਸਾਰੀ ਚੀਜ਼ਾਂ ਤੁਸੀਂ ਜਦੋਂ ਡੈਮੋਨਸਟ੍ਰੇਟ ਕਰਦੇ ਹੋ ਤੇ ਆਫਿਸਰ ਵਾਸਤੇ ਡਿਸੀਜਨ ਲੈਣਾ ਆਸਾਨ ਹੋ ਜਾਂਦਾ। ਸੋ ਜਦੋਂ ਵੀ ਕੋਈ ਰਿਫਿਊਜ਼ਲ ਲੈਟਰ ਸਾਡੇ ਕੋਲ ਆਉਂਦਾ ਹੈਗਾ ਜੀ, ਅਸੀਂ 2 ਚੀਜ਼ਾਂ ਦੇਖਦੇ ਹਾਂ। ਇੱਕ ਤਾਂ ਰਿਫਿਊਜ਼ਲ ਲੈਟਰਸ ਦੇਖਦੇ ਹਾਂ, ਦੂਸਰਾ ਦੇਖਦੇ ਹਾਂ ਕਿ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਕੀ ਸਬਮਿਟ ਕੀਤੀ ਗਈ। ਫਿਰ ਅਸੀਂ ਦੋਨਾਂ ਨੂੰ ਵੈਲੂਏਟ ਕਰਕੇ ਉਹਦੇ ਰਿਸਪੌਂਸ ਸਬਮਿਸ਼ਨ ਲੈਟਰ ਦੇ ਵਿੱਚ ਇੱਕ ਚੀਜ਼ ਤਿਆਰ ਕਰਦੇ ਹੈਗੇ। ਸੋ ਦੈਟ ਇਜ਼ ਹਾਊ ਵੀ ਗੋ ਵਿਦ ਦੈਟ। ਅਸੀਂ ਇਹ ਨਹੀਂ ਕਿ ਅਸੀਂ 100% ਸਕਸੈਸ ਰੇਟ ਹੈਗਾ, ਬਟ ਵੀ ਹੈਵ ਅ ਵੈਰੀ ਸਟਰੋਂਗ ਰਿਜ਼ਲਟਸ ਵਿਦ ਰਿਫਿਊਜ਼ਲਸ। ਸੋ ਇਹ ਚੀਜ਼ਾਂ ਹੈਗੀਆਂ ਜੀ। ਐਂਡ ਇੱਕ ਚੀਜ਼ ਹੋਰ ਜੀ, ਅਸੀਂ ਇੰਡੀਆ ਦੇ ਵਿੱਚ ਸਾਡਾ ਕੋਈ ਦਫ਼ਤਰ ਨਹੀਂ ਹੈਗੇ, ਸਾਡੇ ਜਿੰਨੇ ਵੀ ਦਫ਼ਤਰ ਹੈਗੇ ਨੇ ਕੈਨੇਡਾ ਬੇਸਡ ਕੰਪਨੀ ਹੈਗੀਆਂ। ਐਂਡ ਸਾਨੂੰ ICC ਇਮੀਗ੍ਰੇਸ਼ਨ ਤੇ ਇੱਥੇ ਹੀ ਕੰਟੈਕਟ ਕਰ ਸਕਦੇ ਹੋ ਐਂਡ ਅਸੀਂ ਇੱਥੇ ਹੀ ਬੈਠੇ ਉਹਨਾਂ ਆਪਣੇ ਐਪਲੀਕੈਂਟਸ ਨੂੰ ਲੁੱਕ ਆਫਟਰ ਕਰ ਸਕਦੇ ਹਾਂ ਜੀ। ਬਿਲਕੁਲ, ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਪਰ ਟਰੱਕ ਡਰਾਈਵਰ ਦੀ ਗੱਲ ਕਰਦੇ ਵੈਸੇ ਬਹੁਤ ਸਾਰੇ ਟਰੱਕ ਡਰਾਈਵਰ ਇਹੋ ਜਿਹੇ ਹੈਗੇ ਨੇ ਜਿਹੜੇ ਇੱਥੇ ਇਸ ਵਕਤ ਪਹੁੰਚੇ ਹੋਏ ਨੇ ਕੈਨੇਡਾ ਵਿੱਚ ਵਿਜ਼ਟਰ ਵੀਜ਼ਾ ਦੇ ਉੱਤੇ। ਵਿਜ਼ਟਰ ਵੀਜ਼ਾ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਹਾਂ, ਤੁਸੀਂ ਗੱਲ ਕੀਤੀ ਕਿ ਬਹੁਤ ਸਾਰੇ EMPLOYERS ਇਹੋ ਜਿਹੇ ਹੈਗੇ ਨੇ ਜਿਹੜਾ ਉਹਨਾਂ ਦਾ ਟਰੱਕਿੰਗ ਦਾ ਵੀ ਅਫੋਰਡ ਕਰ ਸਕਦੇ ਨੇ, ਉਹਨਾਂ ਦਾ ਟ੍ਰੇਨਿੰਗ ਸਾਰਾ ਕੁਝ। ਕੀ ਇਹਦੇ ਲਈ ਕੋਈ ਏਜ ਵਗੈਰਾ ਵੀ ਮੈਟਰ ਕਰਦੀ ਆ, ਜਾਂ ਫਿਰ ਬਹੁਤ ਸਾਰੇ ਇਹੋ ਜਿਹੇ ਵਿਜ਼ਟਰ ਵੀਜ਼ਾ ਦੇ ਉੱਤੇ ਆਏ ਹੋਏ ਨੇ ਕਿ ਜਿਨ੍ਹਾਂ ਦੀ ਕੁਝ 40+ ਏਜ ਤੋਂ ਬਾਅਦ ਕੀ ਉਹਨਾਂ ਨੂੰ ਇਹ ਕੈਟਾਗਰੀ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ? ਤਰ੍ਹਾਂ ਜੀ ਬਿਲਕੁਲ 40+ ਇਜ਼ ਨੋ ਪ੍ਰੋਬਲਮ। ਫਿਰ ਜਿਹੜੀ ਨੋਵਾ ਸਕੋਸ਼ੀਆ ਦੀ ਏਜ ਹੈਗੀ ਉਹ 55 ਹੈਗੀ ਹੈ। 55 ਤੱਕ ਉਹਨਾਂ ਦੀ PR ਪੋਸੀਬਲ ਹੈਗੀ ਹੈ। ਐਂਡ ਅਸੀਂ ਨਿਊ ਬ੍ਰੰਸਵਿਕ ਦੀ ਗੱਲ ਕਰੀਏ ਤਾਂ 58 ਤੱਕ PR ਪੋਸੀਬਲ ਹੋ ਸਕਦੀ ਹੈ। ਸੋ ਜੇ ਤੁਸੀਂ ਇਸ ਏਜ ਦੇ ਅੰਡਰ ਹੈਗੇ ਹੋ ਤਾਂ ਐਬਸੋਲੂਟਲੀ ਤੁਹਾਡੀ PNP ਦੇ ਵਿੱਚ ਪ੍ਰੋਬਲਮ ਆਉਣੀਆਂ ਨਹੀਂ ਚਾਹੀਦੀਆਂ ਜੀ। ਬਿਲਕੁਲ, ਤੇ ਇਹਦੇ ਨਾਲ ਹੀ ਆਪਾਂ ਥੋੜਾ ਜਿਹਾ ਉਹਨਾਂ ਦੇ ਬਾਰੇ ਵੀ ਗੱਲ ਕਰਦੇ ਹਾਂ ਜਿਹੜੇ ਬਿਜ਼ਨਸ ਨੂੰ ਲੈ ਕੇ ਇੱਥੇ ਆਉਣਾ ਚਾਹੁੰਦੇ ਨੇ ਕਿ ਬਿਜ਼ਨਸ ਦੇ ਮਾਮਲੇ ਦੇ ਵਿੱਚ ਕੈਨੇਡਾ ਕਿਸ ਤਰੀਕੇ ਨਾਲ ਹੈ। ਤਰਨ ਅੱਜ ਦੀ ਤਰੀਕ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਫੋਕਸਡ ਹੈਗੀ ਹੈ ਬਿਜ਼ਨਸਮੈਨ ਨੂੰ ਕੈਨੇਡਾ ਦੇ ਵਿੱਚ ਲੈ ਕੇ ਆਉਣ ਵਾਸਤੇ। ਬਿਕੋਜ਼ ਕੈਨੇਡੀਅਨ ਜਦੋਂ ਵੀ ਬਿਜ਼ਨਸਮੈਨ ਕੋਈ ਕੈਨੇਡਾ ਦੇ ਵਿੱਚ ਆਏਗਾ, ਇੱਕ ਤਾਂ ਨਵਾਂ ਆਈਡੀਆ ਲੈ ਕੇ ਆਏਗਾ, ਬਿਜ਼ਨਸ ਸੈਂਸ ਲੈ ਕੇ ਆਏਗਾ, ਬਿਜ਼ਨਸ ਰਿਸੋਰਸਿਸ ਲੈ ਕੇ ਆਏਗਾ, ਪੈਸਾ ਲੈ ਕੇ ਆਏਗਾ, ਇਨਵੈਸਟਮੈਂਟ ਲੈ
ਕੇ ਆਏਗਾ ਐਂਡ ਇੱਥੇ ਆ ਕੇ ਆਪਣੀ ਲਾਈਫ ਸ਼ੁਰੂ ਕਰੇਗਾ ਤੇ ਇੱਥੇ ਆ ਕੇ ਜੌਬ ਕ੍ਰੀਏਟ ਵੀ ਕਰੇਗਾ ਕੈਨੇਡੀਅਨਸ ਵਾਸਤੇ ਬਿਕੋਜ਼ ਇਸ ਟਾਈਮ ਤੇ ਤਰਨ ਜੀ ਜਿੰਨੇ ਵੀ ਐਂਟਰਪ੍ਰੈਨਿਓਰਸ ਹੈਗੇ ਨੇ ਉਹਦੇ ਵਿੱਚ ਬੜੀ ਵੱਡੀ ਤਾਦਾਦ ਉਹਨਾਂ ਦੀ ਹੈਗੀ ਹੈ ਜਿਹੜੇ ਇਮੀਗ੍ਰੈਂਟਸ ਹੈਗੇ ਨੇ। ਸੋ ਇਮੀਗ੍ਰੈਂਟਸ ਦੇ ਉੱਤੇ ਜਿਹੜਾ ਐਂਟਰਪ੍ਰੈਨਿਓਰ ਦਾ ਜਿਹੜਾ ਟੈਗ ਹੈਗਾ ਬੜਾ ਵੱਡਾ ਲੱਗਾ ਹੋਇਆ। ਸੋ ਐਬਸੋਲੂਟਲੀ ਗਵਰਨਮੈਂਟ ਚਾਹੁੰਦੀ ਹੈ ਕਿ ਇਹੋ ਜਿਹੇ ਲੋਕੀ ਆਉਣ ਜਿਹੜੇ ਇੱਥੇ ਆ ਕੇ ਓਪਰਚੁਨਿਟੀਜ਼ ਕ੍ਰੀਏਟ ਕਰਨ। ਐਂਡ ਇੱਕੋ ਹੀ ਚੀਜ਼ ਕਹੂੰਗਾ ਇੱਥੇ ਕਿ ਬਿਜ਼ਨਸਮੈਨ ਵਾਸਤੇ ਬਹੁਤ ਸਾਰੀਆਂ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ ਪਈਆਂ। ਇਸ ਟਾਈਮ ਓਨਟਾਰੀਓ ਨੇ ਵੀ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ ਬਿਜ਼ਨਸ ਐਂਟਰਪ੍ਰੈਨਿਓਰ ਵਾਸਤੇ। ਗੱਲ ਕਰਾਂਗੇ ਇਹਦੇ ਬਾਰੇ ਵਿੱਚ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਜੀ। ਅਸੀਂ ਇੱਥੇ ਆਪਣਾ ਕੈਨੇਡੀਅਨ ਸਿਟੀਜ਼ਨ ਹੈਗੇ। ਮੈਂ ਆਪਣਾ ਇੱਕ ਬਹੁਤ ਕਾਫੀ ক্লোਜ਼ ਫਰੈਂਡ ਸੀ ਜਿਹਨੂੰ ਇੰਡੀਆ ਤੋਂ ਇੱਥੇ ਬੁਲਾਉਣਾ ਚਾਹੁੰਦਾ ਸੀ ਐਜ਼ ਏ ਟੂਰਿਸਟ ਵੀਜ਼ਾ ਤੇ ਸਿਰਫ ਮਹੀਨਾ ਡੇਢ ਮਹੀਨੇ ਉੱਥੇ ਉਹ ਰਿਟਾਇਰਡ ਬੰਦੇ ਨੇ, ਹਸਬੈਂਡ ਵਾਈਫ, ਤੇ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ। ਵੈਸੇ ਲੈਂਡਡ ਪ੍ਰਾਪਰਟੀ ਇਹ ਉਹ ਸਾਰਾ ਕੁਝ ਕਾਫੀ ਹੈ, ਕੰਫਰਟੇਬਲ ਲਾਈਫ ਹੈ। ਸਿਰਫ ਇੰਨਾ ਸੀ ਵੀ ਸਿਰਫ ਇੱਥੇ ਵਿਜ਼ਟਰ ਤੌਰ ਤੇ ਆਉਣਾ ਚਾਹੁੰਦੇ ਸੀਗੇ ਉਹ, ਠੀਕ ਹੈ ਜੀ। ਤੇ ਸਾਰੇ ਪੇਪਰ ਵੀ ਲਗਾਏ ਸੀ, ਇਵਨ ਐਮਪੀ ਦਾ ਉਹ ਰეკਮੈਂਡੇਟਰੀ ਲੈਟਰ ਵੀ ਲਾਇਆ ਸੀ। ਇੰਡੀਆ ਤੋਂ ਕੇਸ ਫਾਈਲ ਕੀਤਾ ਸੀ ਉਹਨਾਂ ਨੇ, ਉਹਨਾਂ ਦੀ ਰਿਜੈਕਸ਼ਨ ਹੋ ਗਈ ਹੈ। ਤੇ ਰਿਜੈਕਸ਼ਨ 'ਚ ਉਹਨਾਂ ਨੇ ਰੀਜ਼ਨ ਦਿੱਤਾ ਹੈ ਕਿ ਜੀ ਤੁਸੀਂ ਵਾਪਸ ਨਹੀਂ ਜਾਣਾ, ਜਦ ਕਿ ਉਹ ਰਿਟਾਇਰਡ ਨੇ, 70 ਦੇ ਕਰੀਬ ਉਹਨਾਂ ਦੀ ਏਜ ਹੈ ਜੀ। ਤੇ ਹੀ ਸਿਰਫ ਉਹਨਾਂ ਨੂੰ ਬੁਲਾਉਣਾ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਕੈਲਗਰੀ ਤੋਂ ਬੋਲਦੇ ਹਾਂ ਜੀ। ਮੇਰਾ ਸਵਾਲ ਹੈ ਜੀ, ਮੈਂ ਮੇਰੇ ਮਾਮੇ ਦੀ ਕੁੜੀ ਹੈ ਜੀ ਇੰਡੀਆ, ਤੇ ਉਹਦੇ ਹਸਬੈਂਡ ਦੀ ਡੈਥ ਹੋਈ ਵੀ ਹੈ, ਇਕੱਲੀ ਰਹਿੰਦੀ ਆ ਉਹ। ਉਮਰ ਉਹਦੀ 50 ਸਾਲ ਹੈ ਤੇ ਆਂਗਣਵਾੜੀ ਚ ਪੜਾਉਂਦੀ ਆ। ਉਹਦੇ ਵਾਸਤੇ ਮੈਂ ਵਿਜ਼ਟਰ ਵੀਜ਼ਾ ਅਪਲਾਈ ਜਾਂ ਮੈਂ ਸੁਪਰ ਵੀਜ਼ਾ ਕਿਵੇਂ ਕਰ ਸਕਦੀ ਹਾਂ? ਕੀ ਕੁਝ ਚਾਹੀਦਾ, ਮੈਨੂੰ ਰਾਏ ਦਿਓ ਪਲੀਜ਼। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ ਜੀ। ਸਰ, ਪਹਿਲਾਂ ਜਿਨ੍ਹਾਂ ਨੇ ਰਿਟਾਇਰਡ ਕਪਲ ਦੀ ਗੱਲ ਕੀਤੀ ਸੀਗੀ ਜੀ, ਬਿਲਕੁਲ ਉਹਦੇ ਵਿੱਚ ਜਿਹੜੇ ਉਹਨਾਂ ਦੇ ਏਜੰਟ, ਬਿਕੋਜ਼ ਇੰਡੀਆ ਦੇ ਵਿੱਚ ਨਾ ਮੈਕਸਿਮਮ ਏਜੰਟਸ ਹੈਗੇ ਨੇ, ਕੰਸਲਟੈਂਟਸ ਤੇ ਲਾਇਰਸ ਘੱਟ ਹੈਗੇ ਨੇ। ਉਹ ਜਦੋਂ ਐਪਲੀਕੇਸ਼ਨ ਵੀ ਸਬਮਿਟ ਕਰਦੇ ਨੇ ਨਾ ਕਿਸੇ ਐਪਲੀਕੈਂਟ ਦੀ, ਤੇ ਇੱਕ ਨਵੀਂ ਈਮੇਲ ਬਣਾ ਕੇ ਜਾਂ ਉਸ ਐਪਲੀਕੈਂਟ ਦੀ ਈਮੇਲ ਬਣਾ ਕੇ ਹੀ ਸਬਮਿਟ ਕੀਤੀ ਜਾਂਦੀ ਹੈ। ਐਜ਼ ਅ ਕੰਸਲਟੈਂਟ ਉਹ ਐਪਲੀਕੇਸ਼ਨ ਸਬਮਿਟ ਨਹੀਂ ਕਰ ਸਕਦੇ। ਸੋ ਜਦੋਂ ਵੀ ਕੋਈ ਕੰਸਲਟੈਂਟ ਸਬਮਿਟ ਕਰੇਗਾ ਨਾ ਜੀ, ਆਪਣੀ ਰਿਪਰੈਜ਼ੈਂਟੇਸ਼ਨ ਦੇ ਅੰਡਰ ਸਬਮਿਟ ਕਰੇਗਾ ਤੇ ਉਹ ਸਾਰੀ ਓਨਸ ਰਹੇਗਾ ਸਾਰੀ ਚੀਜ਼ਾਂ ਦਾ। ਜਦੋਂ ਇਹੋ ਜਿਹੀ ਚੀਜ਼ ਆ ਜਾਂਦੀ ਹੈ ਨੇ ਕਿ ਉਹਨਾਂ ਦੇ ਟਾਈਜ਼ ਇਹ ਬੇਸਿਕਲੀ ਵਾਪਸ ਨਹੀਂ ਜਾਣਗੇ, ਮਤਲਬ ਹੈਗਾ ਕਿ ਟਾਈਜ਼ ਟੂ ਦਾ ਹੋਮ ਕੰਟਰੀ ਨੂੰ ਚੰਗੀ ਤਰ੍ਹਾਂ ਡੈਮੋਨਸਟ੍ਰੇਟ ਨਹੀਂ ਕਰ ਪਾਇਆ ਤੁਹਾਡਾ ਏਜੰਟ। ਸੋ ਦੈਟ ਮੀਨਸ ਕਿ ਉਹਨਾਂ ਨੂੰ ਟਾਈਜ਼ ਆਪਣੀ ਜਿੰਨੀ ਚੰਗੀ ਤਰ੍ਹਾਂ ਸਬਮਿਟ ਕਰਨਗੇ ਸਬਮਿਸ਼ਨਸ ਦੇ ਵਿੱਚ, ਉਹ ਉਨੀ ਆਸਾਨ ਹੋ ਜਾਏਗਾ ਵੀਜ਼ਾ ਆਫਿਸਰ ਵਾਸਤੇ ਡਿਸੀਜਨ ਲੈਣਾ। ਸੋ ਤੁਹਾਨੂੰ ਇੱਕੋ ਹੀ ਬੇਨਤੀ ਹੈਗੀ ਹੈ ਕਿ ਉਹਦਾ ਰਿਫਿਊਜ਼ਲ, ਆਪਣੇ ਦੋਸਤ ਦਾ ਰਿਫਿਊਜ਼ਲ ਲੈਟਰ ਤੇ ਜਿਹੜੀਆਂ ਐਪਲੀਕੇਸ਼ਨ ਵਿਦ ਸਪੋਰਟਿੰਗ ਐਵੀਡੈਂਸਸ ਸਬਮਿਟ ਕੀਤਾ ਗਿਆ ਸੀਗਾ ਉਹਦੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ ਈਮੇਲ ਤੇ, ਐਂਡ ਵੀ ਵਿਲ ਬੀ ਏਬਲ ਟੂ ਡਿਸਕਸ ਇਟ ਕਿ ਹਾਊ ਥੀਸ ਕੰਸਰਨਸ ਕੈਨ ਬੀ ਐਡਰੈਸਡ। ਇਹ ਨਹੀਂ ਕਿ ਮੈਂ ਗਰੰਟੀ ਦੇ ਰਿਹਾ, ਬਟ ਯੈਸ, chances of getting a visa ਇੱਕ ਵਾਰ, 2 ਵਾਰ, 5 ਵਾਰ ਜਾਂ ਈਵਨ 10 ਵਾਰ ਦਾ ਰਿਫਿਊਜ਼ਲ ਹੈ, that does not mean ਕਿ ਦੁਬਾਰਾ ਨਹੀਂ ਹੋ ਸਕਦਾ। that means ਕਿ ਕੰਸਰਨਸ ਜਿਹੜੇ ਹੈਗੇ ਨੇ ਉਹਨਾਂ ਨੂੰ ਐਡਰੈਸ ਕਰੋ ਚੰਗੀ ਤਰ੍ਹਾਂ, ਐਂਡ ਇੱਕ ਐਡਰੈਸ ਨੂੰ ਕੰਸਰਨ ਨੂੰ ਐਡਰੈਸ ਕਰਨ ਤੋਂ ਬਾਅਦ ਤੁਹਾਡੇ ਸਭ ਵੀਜ਼ਾ ਲੱਗਣ ਦੇ ਚਾਂਸਸ ਹੈਗੇ ਨੇ, ਬਿਕੋਜ਼ ਅਸੀਂ 8-8 ਵਾਰੀ ਰਿਫਿਊਜ਼ਲਸ ਦੇ ਉੱਤੇ ਵੀ ਵੀਜ਼ਾ ਲਿੱਤਾ ਹੈਗਾ ਜੀ। ਨੈਕਸਟ ਕੈਲਗਰੀ ਤੋਂ ਕਾਲ ਆਈ ਸੀ, ਜਿਹੜੇ ਕਹਿ ਰਹੇ ਸੀ ਮਾਮੇ ਦੀ ਬੇਟੀ ਹੈ, ਵਿਡੋ ਹੈ ਤੇ 50 ਇਅਰਸ ਦੇ ਅਰਾਊਂਡ ਉਹਨਾਂ ਦੀ ਏਜ ਹੈ, ਆਂਗਨਵਾੜੀ ਟੀਚਰ ਨੇ ਤੇ ਉਹਨਾਂ ਨੂੰ ਇੱਥੇ ਬੁਲਾਉਣਾ ਚਾਹੁੰਦੇ ਨੇ। ਬਿਲਕੁਲ ਜੀ, ਵਿਜ਼ਿਟ ਵੀਜ਼ਾ ਤੇ ਤੁਸੀਂ ਟਰਾਈ ਕਰ ਸਕਦੇ ਹੈਗੇ ਹੋ, ਕੋਈ ਹਰਜ ਨਹੀਂ ਹੈਗਾ ਉਹਦੇ ਵਿੱਚ। ਆਂਗਨਵਾੜੀ ਮੀਨ ਸਰਕਾਰੀ ਨੌਕਰੀ ਹੈਗੀ ਜੀ ਉਹਨਾਂ ਦੀ, ਤੇ ਬਿਲਕੁਲ ਉਹਨਾਂ ਦੀ ਐਪਲੀਕੇਸ਼ਨ ਤੁਸੀਂ ਪੁੱਟ ਅਪ ਕਰ ਸਕਦੇ ਹੈਗੇ ਹੋ ਜੀ। ਬਿਲਕੁਲ, ਤੇ ਆਪਾਂ ਵਾਪਸ ਆਪਣੇ ਟੌਪਿਕ ਦੇ ਉੱਤੇ ਆਈਏ। ਤੁਸੀਂ ਕਹਿ ਰਹੇ ਸੀ ਓਨਟਾਰੀਓ ਨੇ ਵੀ ਬਿਜ਼ਨਸ ਵੀਜ਼ਾ ਨੂੰ ਲੈ ਕੇ ਕੁਝ ਚੇਂਜਸ ਕੀਤੇ ਨੇ ਜੀ। ਓਨਟਾਰੀਓ ਨੇ ਤਰਨ ਜੀ ਨਵਾਂ ਇਮੀਗ੍ਰੇਸ਼ਨ ਬਿਜ਼ਨਸ ਸ਼ੁਰੂ ਕਰ ਦਿੱਤਾ ਹੈਗਾ। ਸੋ 100 ਐਪਲੀਕੇਸ਼ਨ ਦਾ ਕੋਟਾ ਰੱਖਿਆ ਗਿਆ ਫॉर ਫਸਟ ਈਅਰ, ਐਂਡ GTA ਦੇ ਅੰਦਰ ਤੇ GTA ਤੋਂ ਬਾਹਰ ਤੁਸੀਂ ਦੋ ਉਹਨਾਂ ਨੇ ਸਿਨੈਰੀਓਜ਼ ਰੱਖੇ ਨੇ ਕਿ GTA ਦੇ ਅੰਦਰ ਬਿਜ਼ਨਸ ਐਸਟੈਬਲਿਸ਼ ਕਰਨਾ ਚਾਹੁੰਦੇ ਹੋ ਕਿ GTA ਤੋਂ ਬਾਹਰ ਇਹ ਬਿਜ਼ਨਸ ਐਸਟੈਬਲਿਸ਼ ਕਰਨਾ ਚਾਹੁੰਦੇ ਹੋ। ਸੋ ਤੁਹਾਡੀ ਇਨਵੈਸਟਮੈਂਟ ਘੱਟੋ ਘੱਟ 2.5 ਲੱਖ ਦੇ ਆਸ-ਪਾਸ ਹੋਣੀ ਚਾਹੀਦੀ ਹੈ। ਜੇ GTA ਤੋਂ ਬਾਹਰ ਇਨਵੈਸਟਮੈਂਟ ਕਰ ਰਹੇ ਹੋ, ਤੁਹਾਡੇ ਨੈਟ ਐਸੈਟ 4 ਲੱਖ ਤੋਂ ਉੱਪਰ ਹੋਣੇ ਚਾਹੀਦੇ ਨੇ। ਜੇ GTA ਦੇ ਅੰਦਰ ਕਰ ਰਹੇ ਹੋ ਤੇ 8 ਲੱਖ ਦੇ ਆਸ-ਪਾਸ ਤੁਹਾਡੇ ਐਸੈਟਸ ਹੋਣੇ ਚਾਹੀਦੇ ਨੇ, 8 ਲੱਖ ਤੋਂ ਉੱਪਰ, ਤੇ ਇਨਵੈਸਟਮੈਂਟ ਤੁਹਾਡੀ ਡਬਲ ਹੋ ਜਾਂਦੀ ਹੈਗੀ। ਸੋ ਆਹ ਚੇਂਜਸ ਹੈਗੀਆਂ, ਬਟ ਆ ਪ੍ਰੋਗਰਾਮ ਬਹੁਤ ਅੱਛਾ ਚੱਲ ਰਿਹਾ ਹੈਗਾ।
ਹੈਗਾ ਐਜ਼ ਆਫ ਟੁਡੇ, ਬਿਕੋਜ਼ ਜਿਹੜੀ ਏਜੰਸੀਜ਼ ਨੂੰ ਹਾਇਰ ਕੀਤਾ ਗਿਆ ਦੇ ਆਰ ਡੂਇੰਗ ਸਮ ਅਮੇਜ਼ਿੰਗ ਜੌਬ ਐਟ ਦਿਸ ਮੋਮੈਂਟ। ਸੋ ਜੇ ਤੁਸੀਂ ਬਿਜ਼ਨਸ ਇਮੀਗ੍ਰੇਸ਼ਨ ਓਨਟਾਰੀਓ ਦੀ ਹੀ ਕਰਨਾ ਚਾਹੁੰਦੇ ਹੋ ਤੇ ਦਿਸ ਇਜ਼ ਅ ਗੁੱਡ ਆਪਸ਼ਨ। ਬਟ ਅਸੀਂ ਇੱਕ ਚੀਜ਼ ਨੂੰ ਲੈ ਕੇ ਚੱਲਦੇ ਹਾਂ ਕਿ ਕਦੀ ਵੀ ਆਪਣੇ ਆਪ ਨੂੰ ਲਿਮਿਟ ਨਾ ਕਰੋ ਕਿ ਮੈਂ 50 ਐਪਲੀਕੇਸ਼ਨ ਵਾਲੇ ਕੋਟੇ ਦੇ ਵਿੱਚ ਜਾਣਾ ਜਾਂ 100 ਜਾਂ 200 ਐਪਲੀਕੇਸ਼ਨ ਵਾਲੇ ਕੋਟੇ ਦੇ ਵਿੱਚ ਜਾਣਾ ਹੈਗਾ। ਤੁਸੀਂ ਇਹੋ ਜਿਹੀ ਐਪਲੀਕੇਸ਼ਨ ਤੁਹਾਡੀ ਲੱਗਣੀ ਚਾਹੀਦੀ ਹੈ ਜਿਹਦੇ ਵਿੱਚ ਕੋਈ ਵੀ ਕੋਟੇ ਦੀ ਬਾਈਂਡਿੰਗ ਨਾ ਹੋਵੇ। ਸੋ ਉਹਦੇ ਹਿਸਾਬ ਦੇ ਨਾਲ ਫੈਡਰਲ ਪ੍ਰੋਗਰਾਮਸ ਆਰ ਦਾ ਬੈਸਟ। ਉਸ ਤੋਂ ਬਾਅਦ ਆ ਕੇ ਤੁਸੀਂ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਕੋਈ ਹੋਰ ਪ੍ਰੋਗਰਾਮ ਚੂਜ਼ ਕਰ ਸਕਦੇ ਹੋ। ਸੋ ਉਹ ਇਸੇ ਵਾਸਤੇ ਜਦੋਂ ਅਸੀਂ ਕੋਈ ਵੀ ਬਿਜ਼ਨਸ ਇਮੀਗ੍ਰੇਸ਼ਨ ਦਾ ਕੇਸ ਦੇਖਦੇ ਹਾਂ, ਡਿਸਕਸ ਕਰਦੇ ਹਾਂ, ਅਸੀਂ ਇਮੀਡੀਏਟ ਰਿਜ਼ਲਟ ਨਹੀਂ ਦੱਸਦੇ। ਇਮੀਡੀਏਟ ਸਾਡਾ ਗੇਨ ਦਾ ਮਸਲਾ ਨਹੀਂ ਹੁੰਦਾ, ਬਿਕੋਜ਼ ਵਰਕ ਪਰਮਿਟ ਲੈਣਾ ਇਜ਼ ਨਾਟ ਅ ਇਸ਼ੂ। ਅਸੀਂ ਲੌਂਗ ਟਰਮ ਦੇਖਦੇ ਚੱਲਦੇ ਹਾਂ ਕਿ ਪਰਮਾਨੈਂਟ ਰੈਜ਼ੀਡੈਂਸੀ ਇਹਨਾਂ ਦੀ ਕਿਹੜੇ ਪ੍ਰੋਗਰਾਮ ਦੇ ਹਿਸਾਬ ਦੇ ਨਾਲ ਹੋ ਸਕਦੀ ਹੈ, ਕਿਹੜਾ ਪ੍ਰੋਵਿੰਸ ਇਹਨਾਂ ਨੂੰ ਇਵੈਂਚੁਅਲੀ ਸੂਟ ਕਰੇਗਾ ਫॉर ਪੀਆਰ। ਸੋ ਅਸੀਂ ਉਸ ਹਿਸਾਬ ਨਾਲ ਸਾਰੀ ਚੀਜ਼ਾਂ ਡਿਸਕਸ ਕਰਦੇ ਹਾਂ ਆਪਣੇ ਕਲਾਇੰਟਸ ਵਾਸਤੇ। ਜੀ ਨੈਕਸਟ ਕਾਲਰ, ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਕਿਚਨਰ ਤੋਂ ਬੋਲ ਰਹੀ ਹਾਂ। ਹਾਂਜੀ, ਮੇਰਾ ਕੁਐਸਚਨ ਸੀਗਾ ਵੀ ਜੇ ਅਸੀਂ ਕਿਸੇ ਨੂੰ ਵਿਜ਼ਟਰ ਵੀਜ਼ੇ ਤੇ ਬੁਲਾਉਂਦੇ ਆ ਤੇ ਉਹ ਆ ਕੇ ਇੱਥੇ ਵਰਕ ਪਰਮਿਟ ਲੈ ਲੈਂਦੇ ਆ ਤੇ ਕਿ ਉਹਦੇ ਤੋਂ ਬਾਅਦ ਅਸੀਂ ਕਿਸੇ ਹੋਰ ਨੂੰ ਵਿਜ਼ਟਰ ਬੁਲਾ ਸਕਦੇ ਹਾਂ? ਇਹਦਾ ਨੈਗੇਟਿਵ ਤਾਂ ਨਹੀਂ ਹੈ ਕਿ ਲੈਂਦੇ ਕਿ ਜਿੱਦਾਂ ਉਹ ਉਹਨਾਂ ਨੇ ਵਰਕ ਪਰਮਿਟ ਲੈ ਲਿਆ ਵਾਪਸ ਨਹੀਂ ਗਏ ਇਦਾਂ? ਮੈਂ ਇੱਕ ਕੁਐਸਚਨ ਸੀਗਾ ਮੇਰਾ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ। ਜੀ ਸਰ। ਨਹੀਂ ਭੈਣ ਜੀ, ਇਹੋ ਜਿਹਾ ਕੋਈ ਨੈਗੇਟਿਵ ਇੰਪੈਕਟ ਨਹੀਂ ਹੈਗਾ। ਉਹਦਾ ਰੀਜ਼ਨ ਹੈ ਉਹ ਲੀਗਲੀ ਆਪਣਾ ਸਟੇਟਸ ਚੇਂਜ ਕਰ ਰਹੇ ਨੇ। ਸੋ ਲੀਗਲੀ ਜਦੋਂ ਸਟੇਟਸ ਚੇਂਜ ਹੋ ਰਿਹਾ, ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਹੋ ਰਿਹਾ, ਇਸ ਟਾਈਮ ਤੇ ਪਬਲਿਕ ਪਾਲਿਸੀ ਚੱਲ ਰਹੀ ਹੈਗੀ ਕਿ ਜੋ ਵੀ ਕੋਈ ਵਿਜ਼ਟਰ ਆਏਗਾ, ਜੇ ਉਹਨਾਂ ਨੂੰ LMIA ਮਿਲਦਾ ਹੈ ਤੇ ਚਾਂਸਸ ਆਫ them getting the visa are very very strong, because a public policy ਜਿਹੜੀ ਹੈਗੀ ਹੈ 28 ਫਰਵਰੀ 2023 ਤੱਕ ਰਹਿਣੀ ਹੈਗੀ ਹੈ। ਸੋ ਉਸ ਤੋਂ ਬਾਅਦ ਐਕਸਟੈਂਡ ਹੋ ਜਾਵੇ, ਵੀ ਡੋਂਟ ਨੋ ਐਜ਼ ਆਫ ਟੁਡੇ, ਬਟ ਲੀਗਲੀ ਰਹਿ ਰਹੇ ਨੇ ਜੀ, ਤੁਹਾਡੇ ਕੋਈ ਇੰਪੈਕਟ ਨਹੀਂ ਹੋਣਾ ਚਾਹੀਦਾ ਉਹਦੇ ਜੀ ਬਿਲਕੁਲ। ਤੇ ਆਪਾਂ ਗੱਲ ਕਰ ਰਹੇ ਸੀ ਕਿ ਸਰ ਜਦੋਂ ਬਿਜ਼ਨਸ ਵੀਜ਼ਾ ਦੀ ਗੱਲ ਕਰਦੇ ਆ, ਇਹਦੇ ਨਾਲ ਹੀ ਤੁਸੀਂ ਉਹਨੇ LMIA ਦੀ ਗੱਲ ਕੀਤੀ ਹੈ ਕਿ ਵਰਕ ਪਰਮਿਟ ਮਿਲ ਜਾਂਦਾ ਆ। LMIA ਐਗਜ਼ੈਂਪਟ ਵਰਕ ਪਰਮਿਟ ਦੇ ਬਾਰੇ ਵਿੱਚ ਵੀ ਅੱਜ ਕੱਲ੍ਹ ਬਹੁਤ ਸੁਣ ਰਹੇ ਆ, ਇਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿਓ। ਬਿਲਕੁਲ ਤਰਨ ਜੀ, C11 ਇੱਕ ਕੈਟੇਗਰੀ ਹੈਗੀ ਹੈ ਜਿਹੜੀ LMIA ਐਗਜ਼ੈਂਪਟ ਵਰਕ ਪਰਮਿਟਸ ਹੈਗੇ ਨੇ। ਸੋ ਇਹਦੇ ਵਿੱਚ 3 ਸਿਨੈਰੀਓਜ਼ ਆਫੀਸਰ ਕੰਸੀਡਰ ਕਰਦੇ ਨੇ ਕਿ ਸੋਸ਼ਲ ਬੈਨੀਫਿਟ ਕੈਨੇਡਾ ਨੂੰ ਕੀ ਹੈਗਾ, ਦੂਸਰਾ ਉਹ ਦੇਖਦੇ ਨੇ ਕਲਚਰਲ ਬੈਨੀਫਿਟ ਕੀ ਹੈਗਾ ਨਾ ਕਿ ਉਹ ਜੇ ਉਹਨਾਂ ਦਾ ਕਲਚਰਲ ਐਕਸਪੀਰੀਅੰਸ ਹੈਗਾ ਐਪਲੀਕੈਂਟ ਦਾ, ਤੇ ਕਲਚਰਲ ਬੈਨੀਫਿਟ ਕੀ ਹੈਗਾ, ਤੇ ਤੀਸਰਾ ਹੈਗਾ ਇਕਨੋਮਿਕ ਬੈਨੀਫਿਟਸ। ਸੋ ਆ 3 ਸਿਨੈਰੀਓਜ਼ ਹੈਗੇ ਨੇ ਜਿਹੜੇ LMIA ਐਗਜ਼ੈਂਪਟ ਵਰਕ ਪਰਮਿਟ ਜਿਹੜੇ ਦੇ ਵਿੱਚ ਗ੍ਰਾਂਟ ਹੁੰਦਾ ਹੈਗਾ। ਪਹਿਲੇ ਕਾਲ ਲੈ ਲਈਏ, ਫਿਰ ਅਸੀਂ ਵਿਲ ਕਮ ਬੈਕ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਅਸੀਂ ਟੋਰਾਂਟੋ ਤੋਂ ਬੋਲਦੇ ਹਾਂ। ਹਾਂਜੀ ਹਾਂਜੀ, ਅਸੀਂ ਇਹ ਪੁੱਛਣਾ ਸੀਗਾ ਵੀ ਸਾਡਾ ਮੁੰਡਾ ਇੱਕ ਸਵੀਡਨ ਚ ਆ, ਉਹਦਾ ਮਤਲਬ 2 ਸਾਲ ਉਹਨੂੰ ਹੋ ਜਾਣੇ ਜਨਵਰੀ ਚ ਗਏ ਨੂੰ ਵਰਕ ਪਰਮਿਟ ਤੇ। ਤੇ ਫਿਰ ਉਹਨੇ ਮਤਲਬ 3 ਸਾਲ ਦਾ ਉਹਦੇ ਕੋਲੇ ਦੁਬਈ ਦਾ ਲਾਇਸੈਂਸ ਹੈਗਾ ਵੱਡਾ, ਤੇ ਉਹ ਕੈਨੇਡਾ ਆਉਣਾ ਚਾਹੁੰਦਾ, ਵੀ ਕਿਹੜੇ ਤਰੀਕੇ ਨਾਲ ਆ ਸਕਦਾ? ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ। ਜੀ ਸਰ। ਭੈਣ ਜੀ, ਅਸੀਂ ਹੁਣੇ ਡਿਸਕਸ ਕਰਕੇ ਹਟੇ ਹਾਂ ਟਰੱਕ ਡਰਾਈਵਰ ਦਾ ਜਿਹਦੇ ਕੋਲ ਵੀ 2 ਸਾਲ ਦਾ ਤਜਰਬਾ ਹੈਗਾ, ਕੈਨੇਡਾ ਤੋਂ ਬਾਹਰ ਬੈਠੇ ਹੋਏ ਨੇ, ਗ੍ਰੇਡ 12 ਕੀਤੀ ਹੋਈ ਹੈ, ਆਈਲੈਟ ਦੇ ਵਿੱਚ 5 ਬੈਂਡ ਲੈ ਸਕਦੇ ਨੇ, ਤੇ ਵਰਕ ਪਰਮਿਟ ਦੀ ਆਪਸ਼ਨ ਉਹਨਾਂ ਵਾਸਤੇ ਵਰਕ ਕਰ ਸਕਦੀ ਹੈ। ਇੱਥੇ ਆ ਕੇ ਲਾਇਸੈਂਸ ਆਪਣਾ ਚੇਂਜ ਕਰਵਾਉਣਗੇ, ਇੱਥੇ ਕੰਮ ਕਰਨਗੇ ਸਾਲ ਜਾਂ 6 ਮਹੀਨੇ ਜਾਂ 2 ਸਾਲ, ਹਰ ਇੱਕ ਦੇ ਅਲੱਗ-ਅਲੱਗ ਸਿਨੈਰੀਓਜ਼ ਹੈਗੇ ਨੇ। ਕੰਮ ਕਰਨ ਤੋਂ ਬਾਅਦ ਉਹਨਾਂ ਦੀ PNP ਦੇ ਥਰੂ PR ਲੱਗ ਸਕਦੀ ਹੈਗੀ ਹੈ। ਸੋ ਆਹ ਆਪਸ਼ਨ ਉਹਨਾਂ ਵਾਸਤੇ ਐਗਜ਼ਿਸਟ ਕਰਦੀ ਹੈ। ਉਹਨਾਂ ਦੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ ਐਂਡ ਵੀ ਵਿਲ ਬੀ ਏਬਲ ਟੂ ਅਸਿਸਟ them। ਬਿਲਕੁਲ, ਆਪਾਂ ਗੱਲ ਕਰ ਰਹੇ ਸੀ ਕੈਟਾਗਰੀ C11 ਦੀ LMIA ਐਗਜ਼ੈਂਪਟ ਵਰਕ ਪਰਮਿਟ ਦੀ। ਬਿਲਕੁਲ ਤਰਨ ਜੀ, ਇਹਦੇ ਵਿੱਚ ਅਸੀਂ ਜ਼ਿਆਦਾਤਰ ਐਪਲੀਕੈਂਟਸ ਉਹੋ ਜਿਹੇ ਲੈਂਦੇ ਆ ਜਿਹੜੇ ਸੈਲਫ ਇੰਪਲੋਇਡ ਕੈਟੇਗਰੀ ਦੇ ਵਿੱਚ ਹੋਣ, ਜਿਸ ਤਰ੍ਹਾਂ ਕੋਈ ਕਲਚਰਲ ਆਰਟਿਸਟ ਹੋ ਗਏ, ਕੋਈ ਇੰਟਰਨੈਸ਼ਨਲ ਪਲੇਅਰ ਹੈਗਾ, ਕੋਈ ਨੈਸ਼ਨਲ ਪਲੇਅਰ ਹੈਗਾ, ਉਸ ਤਰ੍ਹਾਂ ਦਾ ਐਥਲੀਟ ਹੈਗਾ। ਸੋ ਉਹ ਇਸ ਕੈਟੇਗਰੀ ਦੇ ਵਿੱਚ ਫਾਲ ਕਰ ਸਕਦੇ ਨੇ। ਜਨ ਬਿਜ਼ਨਸਮੈਨ ਜਿਹੜੇ ਹੈਗੇ ਨੇ, ਬਿਜ਼ਨਸਮੈਨ ਤੁਸੀਂ ਕੋਈ ਵੀ ਬਿਜ਼ਨਸ ਕਰ ਰਹੇ ਹੋ ਜਿਹਦਾ ਬਿਜ਼ਨਸ 2 ਸਾਲ ਪੁਰਾਣਾ ਘੱਟੋ ਘੱਟ ਹੋਵੇ ਐਂਡ ਬਿਜ਼ਨਸ ਚੱਲ ਰਿਹਾ, ਉਹਦੇ ਫਾਈਨੈਂਸ਼ੀਅਲਸ ਉਹਨੂੰ ਐਕਸਪੈਂਸ਼ਨ ਵਾਸਤੇ ਤੁਸੀਂ ਕੈਨੇਡਾ ਲੈ ਕੇ ਆ ਸਕਦੇ ਹੋ। ਆ ਵੀ LMIA ਐਗਜ਼ੈਂਪਟ ਕੈਟੇਗਰੀ ਹੈਗੀ ਹੈ। ਸੋ ਇਹਦਾ ਵੀ ਫਾਇਦਾ ਲਿੱਤਾ ਜਾ ਸਕਦਾ। ਸੋ ਇਸ ਕੈਟੇਗਰੀ ਦੇ ਵਿੱਚ ਹਰ ਬਿਜ਼ਨਸਮੈਨ ਜਿਹੜੇ ਇੰਡੀਆ 'ਚ ਬੈਠੇ ਹੋਏ ਨੇ, ਮਿਡਲ ਈਸਟ ਬੈਠੇ ਨੇ, ਆਸਟ੍ਰੇਲੀਆ ਯੂਰਪ ਦੇ ਵਿੱਚ ਬੈਠੇ ਨੇ, ਅਫਰੀਕਾ ਦੇ ਵਿੱਚ, ਕਿਤੇ ਵੀ ਤੁਸੀਂ ਬੈਠੇ ਹੋਏ ਹੋ, ਜੇ ਤੁਸੀਂ ਇਸ ਪ੍ਰੋਗਰਾਮ ਦਾ ਫਾਇਦਾ ਲੈਣਾ ਚਾਹੁੰਦੇ ਹੋ, ਦਿਸ ਇਜ਼ ਵਨ ਆਫ ਦਾ ਬੈਸਟ ਪ੍ਰੋਗਰਾਮ। ਐਂਡ ਇਹਦੇ ਵਿੱਚ ਆ ਕੇ ਤੁਸੀਂ ਆ ਕੇ ਪਰਮਾਨੈਂਟ ਰੈਜ਼ੀਡੈਂਸੀ ਵੀ ਤੁਹਾਡੀ ਇਵੈਂਚੁਅਲੀ ਹੋ ਜਾਂਦੀ ਹੈਗੀ ਹੈ 1 ਸਾਲ ਆਪਣਾ ਬਿਜ਼ਨਸ ਰਨ ਕਰਨ ਤੋਂ ਬਾਅਦ। ਐਂਡ ਗਵਰਨਮੈਂਟ ਐਵੇਂ ਨਹੀਂ ਦੇਖਦੀ ਕਿ ਪਹਿਲੇ ਸਾਲ ਤੋਂ ਹੀ ਤੁਸੀਂ ਕੰਪਨੀ, ਕੋਈ ਸਾਨੂੰ ਇੱਕ ਐਪਲੀਕੈਂਟ ਪੁੱਛਦੇ ਨੇ ਕਿ ਜੇ ਮੇਰਾ ਬਿਜ਼ਨਸ ਫੇਲ ਹੋ ਗਿਆ,
ਗਵਰਨਮੈਂਟ ਨੋਜ਼ ਕਿ ਪਹਿਲੀ ਗੱਲ ਕੋਈ ਵੀ ਬਿਜ਼ਨਸ 1 ਸਾਲ ਦੇ ਵਿੱਚ ਸਕਸੈਸਫੁਲ ਨਹੀਂ ਹੁੰਦਾ। ਦੂਸਰੀ ਚੀਜ਼ ਜੇ ਫੇਲ ਵੀ ਹੋ ਗਿਆ ਤਾਂ ਵੀ ਤੁਹਾਡਾ ਉਹਦਾ ਇੰਪੈਕਟ ਤੁਹਾਡੀ ਇਮੀਗ੍ਰੇਸ਼ਨ ਦੇ ਉੱਤੇ ਨਹੀਂ ਹੋਣ ਵਾਲਾ। ਸੋ ਉਹ ਇਮੀਗ੍ਰੇਸ਼ਨ ਤੁਹਾਡੀ ਸੈਪਰੇਟਲੀ ਚੱਲਦੀ ਰਹੇਗੀ। ਤੀਸਰੀ ਚੀਜ਼ ਤੁਹਾਡੇ ਐਫਰਟਸ ਜ਼ਰੂਰ ਹੋਣੇ ਚਾਹੀਦੇ ਨੇ। ਇਹ ਨਹੀਂ ਕਿ ਤੁਸੀਂ ਕੋਈ ਵੀ ਐਫਰਟ ਨਾ ਕੀਤਾ ਹੋਵੇ। ਜੇ ਐਫਰਟ ਕਰਦੇ ਪਏ ਹੋ ਰਿਜ਼ਲਟ ਭਾਵੇਂ ਨੈਗੇਟਿਵ ਹੈਗੇ ਨੇ ਦੈਟ ਇਜ਼ ਓਕੇ। ਇਮੀਗ੍ਰੇਸ਼ਨ ਦੇ ਵਿੱਚ ਤੁਹਾਡਾ ਕੋਈ ਇੰਪੈਕਟ ਨਹੀਂ ਪਏਗਾ। ਐਂਡ ਇਸ ਵੀਜ਼ਾ ਦੇ ਵਿੱਚ ਤੁਹਾਡੀ ਫੈਮਿਲੀ ਵੀ ਤੁਹਾਡੇ ਨਾਲ ਲੈਂਡ ਕਰਦੀ ਹੈ। ਤੁਹਾਡੇ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ, ਬੱਚਿਆਂ ਨੂੰ ਸਟੱਡੀ ਪਰਮਿਟ ਮਿਲ ਜਾਂਦਾ ਐਂਡ ਉਹ ਇੱਥੇ ਪੜ੍ਹ ਸਕਣਗੇ ਐਜ਼ ਅ ਲੋਕਲ ਸਟੂਡੈਂਟਸ। ਈਵਨ ਇਨ ਯੂਨੀਵਰਸਿਟੀ ਕਾਲਜਿਸ ਦੇ ਵਿੱਚ ਵੀ ਜਾਂਦੇ ਨੇ ਤਾਂ ਵੀ ਲੋਕਲ ਸਟੂਡੈਂਟ ਦੇ ਤੌਰ ਤੇ ਉਹ ਪੜ੍ਹ ਸਕਣਗੇ ਜੀ। ਸੋ ਇਹਦੇ ਨਾਲ ਥੋੜੀ ਜਿਹੀ ਆਪਾਂ ਗੱਲ ਉਹਨਾਂ ਦੇ ਬਾਰੇ ਵੀ ਕਰ ਲਈ ਜਿਹੜੇ ਸਟੂਡੈਂਟਸ ਨੇ 20 ਘੰਟੇ ਤੋਂ ਵੱਧ ਕੱਲ ਤੋਂ ਇਹਨਾਂ ਨੂੰ ਇਜਾਜ਼ਤ ਮਿਲ ਚੁੱਕੀ ਹੈ ਕੰਮ ਕਰਨ ਦੀ। ਸੋ ਕੀ ਇਹ ਸਾਰਿਆਂ ਦੇ ਲਈ ਆ ਜਾਂ ਫਿਰ ਟਰਮਸ ਐਂਡ ਕੰਡੀਸ਼ਨਸ ਅਪਲਾਈ? ਤਰਨ ਜੀ ਐਜ਼ ਆਫ ਟੂਡੇ ਅਨਐਮਪਲੋਇਮੈਂਟ ਰੇਟ ਜਿਹੜਾ ਕੈਨੇਡਾ ਦਾ ਹੈਗਾ ਲੀਸਟ ਦੇ ਉੱਤੇ ਖੜਾ ਹੈਗਾ। ਉਹਦੇ ਬਾਵਜੂਦ ਜਿਹੜੀ ਵੈਕੈਂਸੀਜ਼ ਹੈਗੀਆਂ 1 ਮਿਲੀਅਨ ਤੋਂ ਜ਼ਿਆਦਾ ਵੈਕੈਂਸੀਜ਼ ਇਸ ਟਾਈਮ ਕੈਨੇਡਾ ਦੇ ਵਿੱਚ ਹੈਗੀਆਂ। ਸੋ ਆਹ ਵੈਕੈਂਸੀਜ਼ ਲੌਜਿਸਟਿਕਸ ਦੇ ਵਿੱਚ, ਟਰੱਕਿੰਗ ਦੇ ਵਿੱਚ ਹੈਗੀਆਂ, ਹੈਲਥ ਕੇਅਰ ਦੇ ਵਿੱਚ ਹੈਗੀਆਂ, ਰੈਸਟੋਰੈਂਟ ਇੰਡਸਟਰੀ ਦੇ ਵਿੱਚ, ਹੋਟਲ ਇੰਡਸਟਰੀ ਦੇ ਵਿੱਚ ਹੈਗੀਆਂ, ਫੂਡ ਪ੍ਰੋਸੈਸਿੰਗ ਦੇ ਵਿੱਚ ਹੈਗੀਆਂ, ਕੰਸਟਰਕਸ਼ਨ ਦੇ ਵਿੱਚ ਹੈਗੀਆਂ, ਫਾਰਮ ਲੇਬਰ ਦੇ ਵਿੱਚ ਹੈਗੀਆਂ। ਯੂ ਨੇਮ ਆ ਇੰਡਸਟਰੀ ਜਿਹਦੇ ਵਿੱਚ ਵੈਕੈਂਸੀਜ਼ ਨਹੀਂ ਹੈਗੀਆਂ। ਇਹ ਜਿਹੜੀਆਂ ਮੈਂ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਲੇਬਰ ਹੈਲਪਰ ਲੈਵਲ ਦੀਆਂ ਜੌਬਸ ਹੈਗੀਆਂ। ਸੋ ਸਟੂਡੈਂਟਸ ਆ ਕੇ ਬਹੁਤ ਸਾਰੇ ਆ ਕੇ ਜਦੋਂ ਇਨੀਸ਼ੀਅਲ ਸਟਰਗਲਿੰਗ ਫੇਜ਼ ਹੁੰਦਾ ਤੇ ਨੌਕ ਸੀ ਨੌਕ ਡੀ ਦੀਆਂ ਜੌਬਸ ਕਰਦੇ ਨੇ। ਸੋ ਉਹਦੇ ਵਿੱਚ ਬਾਈਂਡਿੰਗ ਸੀ ਕਿ 20 ਘੰਟੇ ਤੋਂ ਜ਼ਿਆਦਾ ਤੁਸੀਂ ਆਫ ਕੈਂਪਸ ਕੰਮ ਨਹੀਂ ਕਰ ਸਕਦੇ। ਸੋ ਉਹ ਬਾਈਂਡਿੰਗ 15 ਔਨਵਰਡਸ ਖਤਮ ਕਰ ਦਿੱਤੀ ਗਈ ਹੈ ਐਸੇ ਕਰਕੇ ਕਿਉਂਕਿ ਵੈਕੈਂਸੀਜ਼ ਜ਼ਿਆਦਾ ਹੈਗੀਆਂ, ਅਨਐਮਪਲੋਇਮੈਂਟ ਰੇਟ ਅਸੀਂ ਲੀਜ਼ ਤੇ ਬੈਠੇ ਹਾਂ। ਸੋ ਕੈਨੇਡਾ ਦੇ ਵਿੱਚ ਇਟਸ ਅ ਬੈਨੀਫੀਸ਼ੀਅਲ ਸਿਚੁਏਸ਼ਨ ਫॉर ਵਰਕਰ ਐਜ਼ ਵੈਲ, ਸਟੂਡੈਂਟਸ ਐਜ਼ ਵੈਲ ਐਂਡ EMPLOYER ਐਜ਼ ਵੈਲ ਬਿਕੋਜ਼ EMPLOYER ਨੂੰ ਅੱਛੇ ਵਰਕਰਸ ਮਿਲ ਰਹੇ ਨੇ। ਦੂਸਰੀ ਚੀਜ਼ ਹੈਗਾ ਸਟੂਡੈਂਟਸ ਨੂੰ ਬੈਨੀਫਿਟ ਕੀ ਹੈਗਾ ਕਿ ਉਹ ਜ਼ਿਆਦਾ ਜ਼ਿਆਦਾ ਟਾਈਮ ਲਗਾ ਕੇ ਜ਼ਿਆਦਾ ਪੈਸਾ ਐਕਸਪਲੋਇਟੇਸ਼ਨ ਤੋਂ ਬਚਣਗੇ, ਨਾਲੇ ਲੀਗਲੀ ਕੰਮ ਕਰਨਗੇ, ਕੈਸ਼ ਤੇ ਕੰਮ ਕਰਨ ਦੀ ਲੋੜ ਨਹੀਂ ਹੈਗੀ। ਐਂਡ ਇੱਕ ਚੀਜ਼ ਹੋਰ ਹੈਗੀ ਤਰਨ ਕਿ ਜਦੋਂ ਇੱਕ EMPLOYER ਤੇ EMPLOYEE ਦਾ ਰਿਲੇਸ਼ਨਸ਼ਿਪ ਹੁੰਦਾ ਹੈ ਤੇ ਜ਼ਿਆਦਾ ਤੁਸੀਂ ਟਾਈਮ ਸਪੈਂਡ ਕਰਦੇ ਹੋ ਤੇ ਤੁਹਾਡਾ ਇੱਕ ਰਿਲੇਸ਼ਨਸ਼ਿਪ ਵੀ ਬੌਂਡ ਵੀ ਬਣ ਜਾਂਦਾ ਹੈਗਾ। ਸੋ ਉਹ ਤੁਹਾਨੂੰ PR ਵਾਸਤੇ ਹੋ ਸਕਦਾ, LMIA ਵਾਸਤੇ, PNP ਵਾਸਤੇ ਕੱਲ ਨੂੰ ਜੇ ਲੋੜ ਪੈਂਦੀ ਤਾਂ ਉਹ ਹੈਲਪ ਵੀ ਕਰ ਸਕਦਾ। ਐਂਡ ਇੱਕ ਚੀਜ਼ ਹੋਰ ਮੈਂ ਕਹਿੰਦਾ ਕਿ ਨਾ ਚੰਗੇ EMPLOYEES ਮਿਲਦੇ ਨੇ ਨਾ ਚੰਗੇ EMPLOYERS ਮਿਲਦੇ ਨੇ। ਸੋ ਜਿੱਥੇ ਤੁਸੀਂ ਬੈਠੇ ਹੋ ਪੂਰੀ ਸਿੰਸੀਅਰਿਟੀ ਨਾਲ ਕੰਮ ਕਰੋ, ਆਪਣੇ EMPLOYER ਨਾਲ ਚੰਗੀ ਤਰ੍ਹਾਂ ਰਹੋ ਐਂਡ ਦੇਰ ਆਰ ਲੋਟ ਆਫ ਥਿੰਗਸ ਦੈਟ ਕੈਨ ਬੀ ਵਰਕਡ ਆਊਟ। ਸੋ ਸਟੂਡੈਂਟਸ ਇੱਕ ਚੀਜ਼ ਇੱਥੇ ਮੈਂ ਹੋਰ ਵੀ ਕਹਿਣਾ ਕਿ ਇੰਨਾ ਕੀ ਕੰਮ ਕਰੋ ਕਿ ਤੁਹਾਡੀ ਪੜ੍ਹਾਈ ਇੰਪੈਕਟ ਨਾ ਹੋਵੇ। ਜੇ ਤੁਹਾਡਾ ਗ੍ਰੇਡਸ ਇੰਪੈਕਟ ਹੁੰਦੇ ਨੇ ਕੱਲ ਨੂੰ ਤੁਹਾਡੀ PR ਵੀ ਤੁਹਾਨੂੰ ਤੰਗ ਕਰ ਸਕਦੀ ਹੈਗੀ। ਜੀ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਆਪਣੇ ਨਾਲ ਇਸ ਵਕਤ ਕਾਲਰਸ ਕਾਫੀ ਜੁੜ ਗਏ ਨੇ। ਫੋਨ ਨੰਬਰ 2317 ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ, ਅਸੀਂ BC ਤੋਂ ਬੋਲਦੇ ਹਾਂ ਜੀ। ਸਾਡੇ ਸਟੂਡੈਂਟ ਆਇਆ ਸੀਗਾ, ਉਹ ਸਾਲ ਤਾਂ ਇੱਥੇ ਪੜ੍ਹਿਆ ਜੀ ਤੇ ਉਸ ਤੋਂ ਬਾਅਦ ਫਿਰ ਇੱਥੇ ਰਿਹਾ ਸਾਲ ਇੱਕ ਹੋਰ ਤੇ ਉਸ ਤੋਂ ਬਾਅਦ ਉਹ ਇਲੀਗਲ USA ਬਾਰਡਰ ਕ੍ਰਾਸ ਕਰ ਗਿਆ। ਸਾਡਾ ਕੁਐਸਚਨ ਇਹ ਆ ਵੀ ਉਹਦੇ ਵਾਸਤੇ ਇੱਥੇ ਸਾਨੂੰ ਲੜਕੀ ਮਿਲ ਰਹੀ ਸੀਗੀ ਸਟੂਡੈਂਟ ਹੀ ਮੈਰਿਜ ਕਰਨ ਵਾਸਤੇ ਜੀ, ਵੀ ਸਾਨੂੰ ਕਰਨੀ ਚਾਹੀਦੀ ਹੈ ਕਿ ਨਹੀਂ, ਬਾਅਦ ਚੋਂ ਕੈਨੇਡਾ ਆ ਸਕਦਾ ਕਿ ਨਹੀਂ, ਉੱਥੋਂ ਵੀ ਨਹੀਂ ਕਰਨੀ ਚਾਹੀਦੀ ਜੀ। ਠੀਕ ਹੈ ਜੀ, ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਦੇ ਲਈ। ਨੈਕਸਟ ਕਾਲਰ ਹਾਂਜੀ, ਫੋਨ ਨੰਬਰ 6647 ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਪਰ ਵੀਜ਼ੇ ਵਾਸਤੇ ਪੁੱਛਣਾ ਸੀ। ਸਾਡਾ ਜਿਹੜਾ ਗ੍ਰੈਂਡ ਪੇਰੈਂਟਸ ਵਾਲੀ ਫਾਈਲ ਜਿਹੜੀ ਸਾਡੀ 2021 ਚ ਅਪਲਾਈ ਹੋਈ ਸੀ ਜੀ, ਤੇ ਉਹਨੂੰ 2-2.5 ਮਹੀਨੇ ਹੋ ਗਏ ਨੇ, ਸਾਰਾ ਕੁਝ ਹੋ ਗਿਆ ਸਾਡਾ, ਪੁਲਿਸ ਵੀ ਤੇ ਮੈਡੀਕਲ ਵਗੈਰਾ ਸਾ ਫਿੰਗਰਪ੍ਰਿੰਟ ਸਾਰਾ ਕੁਝ, ਤੇ ਉਹਨੂੰ ਕਿੰਨਾ ਟਾਈਮ ਲੱਗੇਗਾ? ਤੇ ਅਸੀਂ ਇੱਥੇ ਹੀ ਰਹਿ ਰਹੇ ਹਾਂ ਕੈਨੇਡਾ ਦੇ ਵਿੱਚ, ਜਿਹੜੇ ਵਿੱਚ ਰਹਿ ਰਹੇ ਉਹਨਾਂ ਨੂੰ ਕੁਝ ਘੱਟ ਟਾਈਮ ਲੱਗ ਰਿਹਾ ਜਾਂ ਕਿਵੇਂ? ਅਸੀਂ ਇੰਡੀਆ ਜਾਣਾ ਚਾਹੁੰਦੇ ਸੀ, ਉਹਦੇ ਬਾਰੇ ਥੋੜਾ। ਠੀਕ ਹੈ ਜੀ, ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ। ਨੈਕਸਟ ਕਾਲਰ ਹਾਂਜੀ, ਫੋਨ ਨੰਬਰ 0347 ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ? ਹਾਂਜੀ, ਫੋਨ ਨੰਬਰ 0347 ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ? ਪਾਟਿਆ ਜੀ ਕਿੱਥੋਂ ਬੋਲ ਰਹੇ ਹੋ ਤੁਸੀਂ, ਕੀ ਸਵਾਲ ਹੈ ਤੁਹਾਡਾ? ਮਾਫੀ ਚਾਹਾਂਗੇ ਜੀ, ਸ਼ਾਇਦ ਤੁਸੀਂ ਸਾਨੂੰ TVs ਦੇ ਉੱਤੇ ਸੁਣ ਰਹੇ ਹੋ। ਪਹਿਲਾਂ ਜਿਨ੍ਹਾਂ ਨੇ BC ਤੋਂ ਕਾਲ ਕੀਤੀ ਸੀ ਕਿ ਬੱਚਾ ਇੱਥੇ ਸਟੱਡੀ ਕਰਕੇ 1 ਸਾਲ ਇਲੀਗਲ ਬਾਰਡਰ ਕ੍ਰਾਸ ਕਰ ਗਿਆ ਤੇ ਇੱਥੇ ਮੈਰਿਜ ਹੋ ਸਕਦੀ ਹੈ? ਬਿਲਕੁਲ ਜੀ, ਮੈਰਿਜ ਹੋ ਸਕਦੀ ਹੈ, ਉਹਨਾਂ ਦੀ ਐਪਲੀਕੇਸ਼ਨ ਵੀ ਲੱਗ ਸਕਦੀ ਹੈ, ਕੋਈ ਇਸ਼ੂ ਹੋਣਾ ਨਹੀਂ ਚਾਹੀਦਾ। ਬਟ ਸਬਮਿਸ਼ਨਸ ਦੇ ਵਿੱਚ ਸਾਰੀ ਚੀਜ਼ਾਂ ਐਡਰੈਸ ਕਰਨੀਆਂ ਪੈਣਗੀਆਂ। ਓਕੇ ਤਰਨ, ਇਹ ਇੱਥੇ USA ਦੀ ਗੱਲ ਹੋਈ ਹੈ। ਸੋ ਜੇ ਕੋਈ ਵੀ ਐਪਲੀਕੈਂਟ US, ਬਿਕੋਜ਼ ਸਾਡੀ ਬਹੁਤ ਸਾਰੇ ਭਾਈਚਾਰਾ US ਦੇ ਵਿੱਚ ਬੈਠਾ ਹੋਇਆ ਹੈ ਐਂਡ ਬਹੁਤ ਸਾਰੇ ਲੋਕੀ ਸਾਡੇ ਬਿਜ਼ਨਸਮੈਨ ਵੀ ਹੈਗੇ ਨੇ, ਕਿੰਨੇ ਸਾਲਾਂ ਤੋਂ ਜੌਬ ਵੀ ਕਰ ਰਹੇ ਨੇ ਐਂਡ ਰਿਫਿਊਜੀ ਲਗਾ ਕੇ ਬੈਠੇ ਨੇ, ਬਿਕੋਜ਼ ਉੱਥੇ ਰਿਫਿਊਜੀ 8-10 ਸਾਲ 15 ਸਾਲ ਵੀ ਉਹਨਾਂ ਦਾ ਚੱਲਦਾ ਐਂਡ ਉਸ ਤੋਂ ਵੀ ਪਤਾ ਨਹੀਂ ਹੁੰਦਾ ਕਿ ਪੇਪਰਸ ਮਿਲਣਗੇ ਜਾਂ ਨਹੀਂ ਮਿਲਣਗੇ। ਸੋ ਜਿੰਨੇ ਵੀ ਐਪਲੀਕੈਂਟਸ US ਤੋਂ ਸਾਨੂੰ ਸੁਣ ਰਹੇ ਨੇ, ਤੁਸੀਂ ਇਲੀਗਲ ਸਟੇਟਸ ਦੇ ਵਿੱਚ US ਦੇ ਵਿੱਚ ਹੈਗੇ ਹੋ
ਤੁਹਾਡੇ ਵਾਸਤੇ ਵੀ ਆਪਸ਼ਨ ਐਗਜ਼ਿਸਟ ਕਰਦੀਆਂ ਹੈਗੀਆਂ। 1-on-1 ਸਾਨੂੰ ਕਾਲ ਕਰਕੇ ਆਪਣਾ ਕੇਸ ਸਿਨੈਰੀਓ ਸਾਡੇ ਨਾਲ ਡਿਸਕਸ ਕਰੋ। देयर ਮਾਈਟ ਬੀ ਸਮਥਿੰਗ ਵੀ ਮਾਈਟ ਬੀ ਏਬਲ ਟੂ ਹੈਲਪ ਯੂ ਆਊਟ ਵਿਦ। ਬਿਲਕੁਲ ਜੀ। ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਯੂਐਸ ਵਿੱਚ ਤੁਹਾਡਾ ਕੁਝ ਨਹੀਂ ਬਣ ਪਾ ਰਿਹਾ, ਕੈਨੇਡਾ ਵਿੱਚ ਆਪਸ਼ਨਸ ਲੱਭਣਾ ਚਾਹੁੰਦੇ ਹੋ ਵੀ ਕੈਨੇਡਾ ਵਿੱਚ ਤੁਹਾਡਾ ਕਿਵੇਂ ਬਣ ਸਕਦਾ, ਪ੍ਰੋਫਾਈਲ ਕਿੱਦਾਂ ਹੋ ਸਕਦੀ ਹੈ, ਡਿਸਕਸ ਕਰ ਸਕਦੇ ਹੋ ਤੁਸੀਂ ਮਨੂ ਦੱਤਾ ਜੀ ਦੇ ਨਾਲ। ਨੈਕਸਟ ਕਾਲਰ ਜੁੜ ਗਏ ਨੇ, ਆਪਾਂ ਇਹਨਾਂ ਦੇ ਸਵਾਲ ਦਾ ਜਵਾਬ ਵੀ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਫੋਨ ਨੰਬਰ 0347। ਹੈਲੋ ਹੈਲੋ ਹਾਂਜੀ ਦੱਸੋ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਕੈਨੇਡਾ ਤੋਂ ਬੋਲ ਰਹੀ ਹੈਗੀ ਆ। ਐਕਚੁਅਲੀ ਮੇਰੇ ਫਰੈਂਡ ਹੈਗੇ ਆ, ENT ਸਪੈਸ਼ਲਿਸਟ ਹੈਗੇ ਆ, ਉਹ ਹੁਣੀ ਇੰਡੀਆ ਤੋਂ ਆਏ ਹੈਗੇ ਆ। ਦੇ ਆਰ ਲੁਕਿੰਗ ਟੂ ਗੈਟ ਵਰਕ ਵੀਜ਼ਾ, ਤੇ ਉਹਨਾਂ ਦਾ ਵਰਕ ਵੀਜ਼ਾ ਇੱਥੇ ਹੋ ਸਕਦਾ ਹੈਗਾ ਔਰ PR ਹੋ ਸਕਦੀ ਹੈ, ਕੀ ਪ੍ਰੋਸੈਸ ਹੈਗਾ? ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। BC ਵਾਲਿਆਂ ਦਾ ਆਪਾਂ ਜਵਾਬ ਦੇ ਦਿੱਤਾ। ਤੁਸੀਂ ਕਿਹਾ ਸੀ ਕਿ ਉਹਨਾਂ ਦੇ ਆਪਸ਼ਨਸ ਹੈਗੇ ਆ, ਉਹ ਕਰਵਾ ਸਕਦੇ ਆ ਮੈਰਿਜ। ਸੁਪਰ ਵੀਜ਼ਾ ਵਾਲਿਆਂ ਨੇ ਪੁੱਛਿਆ ਸੀਗਾ ਕਿ ਉਹ ਕੈਨੇਡਾ ਵਿੱਚ ਨੇ, ਕੀ ਟਾਈਮ ਪ੍ਰੋਸੈਸ ਦੇ ਉੱਤੇ ਇਸ ਦਾ ਕੋਈ ਅਸਰ ਹੋ ਸਕਦਾ? 2-2.5 ਮਹੀਨੇ ਹੋ ਗਏ ਨੇ ਐਪਲੀਕੇਸ਼ਨ। ਜੀ ਬਿਲਕੁਲ, ਤੁਹਾਡੀ ਐਪਲੀਕੇਸ਼ਨ 2021 ਦੀ ਹੈਗੀ ਹੈ। ਦੇयर इज ਸਟਿਲ ਟਾਈਮ, ਤੁਸੀਂ ਇੰਡੀਆ ਜਾ ਕੇ ਵਾਪਸ ਆ ਸਕਦੇ ਹੋ, ਕੋਈ ਇਸ਼ੂ ਨਹੀਂ ਹੈਗਾ, ਬਟ ਹਲੇ ਤੁਹਾਡੀ ਫਾਈਲ ਨੂੰ ਥੋੜਾ ਜਿਹਾ ਟਾਈਮ ਲੱਗਣ ਵਾਲਾ ਹੈਗਾ ਜੀ। ਨੈਕਸਟ ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਦੇ ਫਰੈਂਡ ENT ਸਪੈਸ਼ਲਿਸਟ ਨੇ, ਇੰਡੀਆ ਤੋਂ ਆਏ ਨੇ ਤੇ ਵਰਕ ਵੀਜ਼ਾ ਬਾਰੇ ਪੁੱਛ ਰਹੇ ਨੇ ਉਹ। ਬਿਲਕੁਲ ਜੀ, ਅੱਜ ਦੀ ਤਰੀਕ ਦੇ ਵਿੱਚ ਤੁਸੀਂ ਇੰਡੀਆ ਤੋਂ ਕਿਸੇ ਵੀ ਪ੍ਰੋਫੈਸ਼ਨ ਤੋਂ ਆਉਂਦੇ ਹੈਗੇ ਹੋ, there is an opportunity that you can avail and there are lot of opportunities you can actually discuss। so ਤੁਹਾਡੇ ਫਰੈਂਡਸ ਵਾਸਤੇ ਇੱਕੋ ਹੀ ਚੀਜ਼ ਹੈ ਕਿ 1-on-1 ਅਪਾਇੰਟਮੈਂਟ ਕਿਸੇ ਕੰਸਲਟੈਂਟ ਲਾਇਰ ਨਾਲ ਬਣਾ ਕੇ ਆਪਣੇ ਸਾਰੇ ਸਰਕਮਸਟੈਂਸਸ ਡਿਸਕਸ ਕਰੋ, ਹਸਬੈਂਡ ਵਾਈਫ ਦੋਵਾਂ ਦੇ, ਐਂਡ there are lot of things that can be worked out। ਜੇ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ, ਅਸੀਂ ਖਾਸ ਤੌਰ ਤੇ ਸਾਊਥ ਏਸ਼ੀਅਨ ਕਮਿਊਨਿਟੀ ਦੀ ਗੱਲ ਕਰੀਏ, ਕੁਝ ਕੰਟਰੀਜ਼ ਹੈਗੀਆਂ ਨੇ ਜਿਨ੍ਹਾਂ ਕਿ ਜ਼ਿਆਦਾ ਫੋਕਸਡ ਹੁੰਦੀਆਂ ਨੇ ਸਾਡੇ ਭਾਈਚਾਰੇ ਦੇ ਲਈ, ਜਿਹਦੇ ਵਿੱਚ ਕੈਨੇਡਾ, US, UK ਹੋ ਸਕਦਾ ਆ। ਸੋ US ਦੇ ਬਾਰੇ ਵਿੱਚ ਤਾਂ ਤੁਸੀਂ ਦੱਸਿਆ ਕਿ ਜੇ ਤੁਸੀਂ ਇਲੀਗਲ ਵੇ ਨਾਲ ਆਏ ਹੋ ਤਾਂ ਤੁਹਾਡੇ ਲਈ ਕੈਨੇਡਾ ਵਿੱਚ ਓਪਰਚੁਨਿਟੀਜ਼ ਹਜੇ ਵੀ ਐਗਜ਼ਿਸਟ ਕਰਦੀਆਂ ਨੇ ਤੇ ਜਿਹਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ। UK ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਇਸ ਵਕਤ UK ਜਾਣਾ ਚਾਹੁੰਦੇ ਨੇ, ਉੱਥੋਂ ਦੇ ਵਰਕ ਪਰਮਿਟ ਦੀਆਂ ਵੀ ਕੋਈ ਓਪਰਚੁਨਿਟੀਜ਼ ਹੈਗੀਆਂ ਨੇ? ਬਿਲਕੁਲ ਤਰਨ ਜੀ, ਸਾਡੇ ਕੋਲ UK ਦੇ ਵਰਕ ਪਰਮਿਟ ਦੀ ਵੀ ਓਪਰਚੁਨਿਟੀਜ਼ ਹੈਗੀਆਂ। ਜੇ ਤੁਸੀਂ ਇੰਡੀਆ ਦੇ ਵਿੱਚ ਬੈਠੇ ਹੋਏ ਹੋ ਐਂਡ ਯੂ ਆਰ ਲੁਕਿੰਗ ਟੂ ਗੋ ਟੂ UK ਔਨ ਅ ਵਰਕ ਪਰਮਿਟ, ਤੇ ਸਾਨੂੰ ICC ਇਮੀਗ੍ਰੇਸ਼ਨ ਤੇ ਕੰਟੈਕਟ ਕਰੋ, ਆਪਣੀ ਡਿਟੇਲਸ ਸਾਡੇ ਨਾਲ ਸ਼ੇਅਰ ਕਰੋ, ਐਂਡ ਪਹਿਲਾਂ ਕੋਈ ਰਿਫਿਊਜ਼ਲ ਤਾਂ ਨਹੀਂ ਹੈਗੀ ਉਹ ਡਿਸਕਸ ਕਰੋ, ਮੈਰਿਡ ਹੈਗੇ ਹੋ ਉਹ ਡਿਸਕਸ ਕਰੋ, ਕਿਸ ਜੌਬ ਦੇ ਵਿੱਚ ਹੈਗੇ ਹੋ, ਐਜੂਕੇਸ਼ਨ ਕੀ ਹੈਗੀ ਹੈ, ਬਿਕੋਜ਼ ਉਹਦੇ ਇਸ ਟਾਈਮ ਤੇ UK ਦੇ ਵਿੱਚ ਕਾਫੀ ਸਾਰੇ ਚੇਂਜਸ ਆਈਆਂ ਹੈਗੀਆਂ ਐਂਡ ਕਾਫੀ ਸਾਰੇ ਵਰਕ ਪਰਮਿਟਸ ਗ੍ਰਾਂਟ ਹੋ ਰਹੇ ਨੇ। ਸੋ ਥੀਸ ਆਰ ਗੁੱਡ ਓਪਰਚੁਨਿਟੀਜ਼ ਇਨ ਯੂਰਪ ਐਟ ਦਿਸ ਮੋਮੈਂਟ। ਐਂਡ ਉਸ ਤੋਂ ਇਲਾਵਾ ਵੀ ਸ਼ੈਨਗਨ ਵੀਜ਼ਾ ਬਾਰੇ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ICC ਇਮੀਗ੍ਰੇਸ਼ਨ ਤੇ ਸਾਨੂੰ WhatsApp ਨੰਬਰ ਤੇ ਆਪਣੀ ਡਿਟੇਲਸ ਸ਼ੇਅਰ ਕਰ ਸਕਦੇ ਹੈਗੇ ਹੋ, 6478509000। ਇਹਦੇ ਨਾਲ ਈਵਨ ਤੁਸੀਂ US ਦਾ ਵਿਜ਼ਟਰ ਵੀਜ਼ਾ ਚਾਹੁੰਦੇ ਹੈਗੇ ਹੋ, ਬਿਕੋਜ਼ US ਦੇ ਵਿੱਚ ਵਿਜ਼ਟਰ ਵੀਜ਼ਾ ਦੀ ਅੱਜ ਦੀ ਜਿਹੜੀ ਡੇਟ ਹੀ ਹੈਗੀ ਹੈ ਉਹ ਸਾਲ ਦੀ ਮਿਲ ਰਹੀ ਹੈ। ਸੋ ਬਟ ਕੈਂਸਲੇਸ਼ਨਸ ਕਈ ਵਾਰੀ ਜਲਦੀ ਮਿਲ ਜਾਂਦੀਆਂ ਹੈਗੀਆਂ, ਸੋ ਉਹ ਵੀ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਹੋ ਤੇ ਉਹ ਆਪਸ਼ਨ ਵੀ ਡਿਸਕਸ ਕਰ ਸਕਦੇ ਹੋ। ਐਂਡ ਜੇ US ਦੇ ਵਿੱਚ ਬੈਠੇ ਹੋ, ਰਿਫਿਊਜੀਜ਼ ਹੈਗੇ ਹੋ, ਐਂਡ ਜਾਂ ਈਵਨ ਯੂਰਪ ਦੇ ਵਿੱਚ ਬੈਠੇ ਰਿਫਿਊਜੀ ਲਗਾਇਆ ਹੋਇਆ ਕੈਨੇਡਾ ਆਉਣਾ ਚਾਹੁੰਦੇ ਹੈਗੇ ਹੋ, ਤਾਂ get in touch with ICC immigration, we might be able to help you, but ਤੁਹਾਨੂੰ 1-on-1 ਕਾਲ ਕਰਕੇ ਆਪਣਾ ਸਰਕਮਸਟੈਂਸਸ, ਆਪਣਾ ਕੇਸ ਸਾਡੇ ਨਾਲ ਡਿਸਕਸ ਕਰਨਾ ਪੈਣਾ ਜੀ। ਨੈਕਸਟ ਕਾਲ ਵਾਲੀ ਅਸੀਂ ਪ੍ਰੋਗਰਾਮ ਦੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ ਮੈਮ, ਸਤਿ ਸ਼੍ਰੀ ਅਕਾਲ। ਮੈਂ ਇੱਥੋਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ। ਹਾਂਜੀ ਮੈਮ, ਮੈਨੂੰ ਨਾ 2 ਡਾਊਟ ਸੀਗੇ। ਲਾਈਕ ਮੇਰੀ ਸਟੱਡੀ ਫਿਨਿਸ਼ ਹੋਈ ਹੈ ਤੇ ਵਰਕ ਪਰਮਿਟ ਮੈਂ ਅਪਲਾਈ ਕੀਤਾ ਹੋਇਆ ਪੋਸਟ ਗ੍ਰੈਜੂਏਸ਼ਨ ਜੀ, ਤੇ ਮੇਰੇ ਹਸਬੈਂਡ ਦਾ ਤੇ ਬੱਚਿਆਂ ਦਾ ਮੈਂ ਵੀਜ਼ਾ ਲਗਾਉਣਾ, ਤੇ ਪਰ ਅਪਲਾਈਡ ਸਟੇਟਸ ਤੇ ਇੱਕ ਤਾਂ ਪੁੱਛਣਾ ਸੀ ਕਿ ਲਾ ਸਕਦੇ ਆ ਜਾਂ ਫਿਰ ਮੈਨੂੰ ਵੇਟ ਕਰਨੀ ਪਏਗੀ। ਪਰ ਮੈਂ ਜਦੋਂ ਮਤਲਬ ਕਿ ਬਾਰਡਰ ਤੇ ਗਈ ਸੀ ਲੈਣ, ਉੱਥੇ ਰਸ਼ ਕਰਕੇ ਉਹਨਾਂ ਨੇ ਮੈਨੂੰ ਉਸ ਦਿਨ ਵਾਪਸ ਭੇਜਤਾ ਸੀ। ਫਿਰ ਮੈਂ ਕਿੰਗਸਟਨ ਗਈ ਸੀ, ਉੱਥੇ ਉਹ ਕਹਿੰਦੇ ਨਹੀਂ ਤੁਸੀਂ ਆਨਲਾਈਨ ਹੀ ਵੇਟ ਕਰੋ। ਕਿ ਮੈਂ ਦੁਬਾਰਾ ਅਗਰ ਜਾਣਾ ਹੋਵੇ ਮਤਲਬ ਕਿ ਬਾਰਡਰ ਤੇ ਜਾ ਸਕਦੀ ਹਾਂ ਜਾਂ ਮੈਨੂੰ ਵੇਟ ਕਰਨੀ ਹੋਏਗੀ? ਮਤਲਬ 2 ਮਹੀਨੇ ਹੋਏ ਅਪਲਾਈ ਕੀਤੇ ਨੂੰ ਆਨਲਾਈਨ, ਹਾਲੇ ਤੱਕ ਵਰਕ ਪਰਮਿਟ ਨਹੀਂ ਆਇਆ ਜੀ। ਤੁਹਾਡੇ ਹਸਬੈਂਡ ਤੇ ਤੁਹਾਡੇ ਬੱਚੇ ਵਿਦਿਨ ਕੈਨੇਡਾ ਹੈਗੇ ਨੇ? ਨੋ ਮੈਮ, ਸਰ ਇੰਡੀਆ 'ਚ ਹੀ ਹੈ। ਓਕੇ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ। ਇਹ ਪ੍ਰੋਗਰਾਮ ਦੀ ਲਾਸਟ ਕਾਲ ਲੈ ਰਹੇ ਹਾਂ ਜੀ ਅਸੀਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਫੋਨ ਨੰਬਰ 7467, ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ? ਹਾਂਜੀ, ਮੈਂ ਜੀ ਬ੍ਰਿਟਿਸ਼ ਕੋਲੰਬੀਆ ਤੋਂ ਬੋਲ ਰਹੀ ਹਾਂ, ਮੈਲਬਰਨ ਤੋਂ ਜੀ। ਮੇਰਾ ਸਵਾਲ ਹੈ ਜੀ, ਮੈਂ ਇੰਡੀਆ ਤੋਂ ਆਈ ਸੀ ਲਾਈਕ ਵਿਜ਼ਿਟਰ ਵੀਜ਼ਾ, ਨਾਓ ਆਈ ਹੈਵ ਓਪਨ ਵਰਕ ਪਰਮਿਟ, ਔਰ ਬਟ ਮੇਰਾ ਇੰਡੀਆ ਦੇ ਵਿੱਚ ਜਿਹੜਾ ਸੀਗਾ ਉਹ ਸੈਲਫ ਐਮਪਲੋਇਡ ਸੀਗੀ ਮੈਂ। ਮੇਰਾ ਕੋਚਿੰਗ ਸੈਂਟਰ ਸੀਗਾ ਆਇਲਸ ਟ੍ਰੇਨਿੰਗ ਤੇ ਸਪੋਕਨ ਇੰਗਲਿਸ਼ ਦਾ। ਮੈਂ ਇਹੀ ਪੁੱਛਣਾ ਸੀਗਾ ਕਿ ਹੁਣ ਮੈਂ ਜਿੱਦਾਂ ਵਾਲਮਾਰਟ ਦੇ ਵਿੱਚ ਐਜ਼ ਅ ਐਸੋਸੀਏਟ ਕੰਮ ਕਰ ਰਹੀ ਹਾਂ, ਮੇਰੀ ਫਾਈਲਿੰਗ ਲਈ ਕੁਝ ਹੋ ਸਕਦਾ ਹੈ? ਓਪਨ ਵਰਕ ਪਰਮਿਟ ਤੁਹਾਨੂੰ ਸਪਾਊਸ ਦੇ ਬੇਸ ਤੇ ਉੱਤੇ ਮਿਲਿਆ ਜੀ? ਹਾਂਜੀ, ਮੇਰੇ ਸਪਾਊਸ ਦੇ ਬੇਸ ਤੇ ਮਿਲਿਆ। ਉਹਨਾਂ ਨੇ LMI ਲਿੱਤੀ ਹੈ ਬਟ ਉਹਨਾਂ ਨੂੰ ਆਇਲਸ ਕਰਨ 'ਚ ਪ੍ਰੋਬਲਮ ਆ ਰਹੀ ਹੈ।
ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਬ੍ਰੈਂਪਟਨ ਤੋਂ ਜਿਨ੍ਹਾਂ ਨੇ ਪਹਿਲਾਂ ਕਾਲ ਕੀਤੀ ਸੀ ਵਰਕ ਪਰਮਿਟ ਨੂੰ ਲੈ ਕੇ, ਜੀ ਆਪਾਂ ਇਹਨਾਂ ਦਾ ਪਹਿਲਾਂ ਰਿਪਲਾਈ ਕਰ ਦਈਏ ਜੀ। ਇਹਨਾਂ ਨੇ ਕਿਹਾ ਸੀ ਬ੍ਰੈਂਪਟਨ ਤੋਂ ਕਾਲ ਆਈ ਸੀ, ਮਾਫੀ ਚਾਹਾਂਗੇ ਜੀ, ਇਹ ਲਾਸਟ ਕਾਲ ਲੈ ਰਹੇ ਹਾਂ, ਸੋ ਟੀਮ ਨੂੰ ਕਵਾਂਗੇ ਪਲੀਜ਼ ਹੋਰ ਕਾਲਸ ਫਾਰਵਰਡ ਨਾ ਕੀਤੀਆਂ ਜਾਣ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟੇ। ਹਾਂਜੀ ਹਾਂਜੀ ਤੁਹਾਨੂੰ ਮੈਂ ਪੁੱਛਣਾ ਸੀਗਾ ਕਿ ਆਪਣੇ ਪ੍ਰਾਹੁਣਾ ਆਇਆ ਸੀ, ਉਹ 5.5 ਮਹੀਨੇ ਵਿਜ਼ਟਰ ਵੀਜ਼ੇ ਤੇ ਆਇਆ ਸੀ। ਪਹਿਲਾਂ 5.5 ਮਹੀਨੇ ਲਾ ਕੇ ਤੇ ਵਾਪਸ ਮੁੜ ਗਿਆ ਸੀ, ਹੁਣ ਉਹ ਵੀਜ਼ਾ ਵਧਾਉਣਾ ਚਾਹੁੰਦਾ, ਕੀ ਵੱਧ ਸਕਦਾ? ਠੀਕ ਹੈ ਜੀ, ਤੁਸੀਂ ਟੀਵੀ ਹੁਣ ਸਕਰੀਨ ਕੈਨੇਡਾ ਚ ਹੈਗੇ ਨੇ? ਹਾਂਜੀ ਹਾਂ, ਕੈਲਗਰੀ ਆ। ਓਕੇ ਜੀ, ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਬ੍ਰੈਂਪਟਨ ਵਾਲੇ ਜਿਨ੍ਹਾਂ ਨੇ ਕਾਲ ਕੀਤੀ ਸੀ ਕਿ ਉਹ ਕੀ ਬਾਰਡਰ ਤੇ ਜਾ ਕੇ ਦੁਬਾਰਾ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਨੇ ਜਾਂ ਵੇਟ ਕਰਨ? ਬਿਲਕੁਲ ਕਰ ਸਕਦੇ ਹੋ ਜੀ, ਬਟ ਬਾਰਡਰ ਤੇ ਮੇਰਾ ਸੁਜੈਸ਼ਨ ਰਹੇਗਾ ਕਿ ਆਨਲਾਈਨ ਐਪਲੀਕੇਸ਼ਨ ਤੁਸੀਂ ਸਬਮਿਟ ਕੀਤੀ ਹੋਈ ਹੈ, ਵੇਟ ਫॉर ਦਾ ਡਿਸੀਜਨ ਟੂ ਕਮ। ਤਰਨ ਮੇਰੇ ਕੋਲ ਇਹੋ ਜਿਹੇ 2 ਕੇਸਿਸ ਆਏ ਨੇ ਜਿਨ੍ਹਾਂ ਨੂੰ 2 ਸਾਲ ਜਿਨ੍ਹਾਂ ਨੇ ਪੜ੍ਹਾਈ ਕੀਤੀ ਐਂਡ ਬਾਰਡਰ ਤੇ ਗਏ ਐਂਡ ਦੇ ਗੋਟ ਅ ਵਰਕ ਪਰਮਿਟ ਆਫ 2 ਇਅਰਸ ਐਂਡ ਉਹਨਾਂ ਨੇ ਉੱਥੇ ਆਫਿਸਰ ਨਾਲ ਬਹਿਸ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਨੂੰ 2 ਸਾਲ ਦਾ ਨਹੀਂ, ਵੀ ਆਰ ਐਲੀਜੀਬਲ ਫॉर 3 ਇਅਰਸ ਆਫ ਵਰਕ ਪਰਮਿਟ। ਹੀ ਟੋਲਡ them ਕੈਟੇਗਰੀਕਲੀ this is what I have decided to give you. ਐਂਡ ਕਿਉਂਕਿ ਕਈ ਵਾਰੀ ਹੁੰਦਾ ਕਿ ਬਾਰਡਰ ਤੇ ਜਾ ਕੇ ਤੁਹਾਨੂੰ ਇਮੀਗ੍ਰੇਸ਼ਨ ਆਫਿਸਰਸ ਨਹੀਂ ਮਿਲਦੇ, CBSE ਆਫਿਸਰਸ ਮਿਲਦੇ ਨੇ, ਦੇ ਆਰ ਨਾਟ ਟੂ ਵੈਲ ਵਰਸਡ ਵਿਦ ਥੀਸ ਥਿੰਗਸ, ਸੋ ਉਹ ਤੁਹਾਨੂੰ ਨੈਗੇਟਿਵ ਇੰਪੈਕਟ ਵੀ ਹੋ ਸਕਦਾ ਆ। ਕੁਝ ਬਾਰਡਰਸ ਤੇ ਇਮੀਗ੍ਰੇਸ਼ਨ ਆਫਿਸਰਸ ਪ੍ਰੈਜ਼ੈਂਟ ਵੀ ਨਹੀਂ ਹੁੰਦੇ, ਸੋ ਉੱਥੇ ਸਿਰਫ CBSE ਆਫਿਸਰਸ ਡਿਸੀਜਨ ਲੈਂਦੇ ਨੇ। ਸੋ ਇਹੋ ਜਿਹੀ ਨੈਗੇਟਿਵ ਚੀਜ਼ ਨਾ ਹੋ ਜਾਵੇ, ਉਸ ਤੋਂ ਬੈਟਰ ਹੈਗਾ ਵੇਟ। ਆਈ ਨੋ ਕਿ ਤੁਸੀਂ ਡੈਸਪਰੇਟ ਹੋਏ ਹੋ ਆਪਣੀ ਫੈਮਿਲੀ ਨੂੰ ਮਿਲਣ ਵਾਸਤੇ, ਬਟ ਵੇਟਿੰਗ ਇਜ਼ ਅ ਮੋਰ ਸੁਜੈਸਟਡ ਆਪਸ਼ਨ ਫਰੋਮ ਮਾਈ ਸਾਈਡ। ਜੀ ਬਿਲਕੁਲ। ਇਸ ਤੋਂ ਬਾਅਦ BC ਤੋਂ ਕਾਲ ਆਈ ਸੀ, ਜਿਹੜੇ ਕਹਿ ਰਹੇ ਸੀ ਸੈਲਫ ਐਮਪਲੋਇਡ ਸੀ ਇੰਡੀਆ ਦੇ ਵਿੱਚ ਤੇ ਹਸਬੈਂਡ ਨੂੰ ਆਇਲਸ ਦੀ ਪ੍ਰੋਬਲਮ ਆ ਰਹੀ ਹੈ। ਵਾਲਮਾਰਟ ਦੇ ਵਿੱਚ ਇਸ ਟਾਈਮ ਉਹ ਐਸੋਸੀਏਟ ਹੈਗੇ ਨੇ। ਬਿਲਕੁਲ ਜੀ, ਇਹੋ ਜਿਹੇ ਬਹੁਤ ਸਾਰੇ ਐਪਲੀਕੈਂਟਸ ਇਹੋ ਜਿਹੇ ਕੈਨੇਡਾ ਦੇ ਵਿੱਚ ਹੈਗੇ ਨੇ ਜਿਨ੍ਹਾਂ ਦੇ ਸਪਾਊਜ਼ਸ ਓਪਨ ਵਰਕ ਪਰਮਿਟ ਦੇ ਹੈਗੇ ਨੇ, ਤੇ ਇੱਕ ਸਪਾਊਜ਼ ਨੂੰ ਜਿਹੜਾ ਬੌਂਡਡ ਵਰਕ ਪਰਮਿਟ ਦੇ ਵਿੱਚ ਹੈਗਾ, ਉਹਨਾਂ ਨੂੰ ਲੈਂਗੁਏਜ ਸਕਿੱਲਸ ਦੀ ਜਾਂ ਐਜੂਕੇਸ਼ਨ ਦਾ ਇਸ਼ੂ ਹੈਗਾ ਜਾਂ ਚੈਲੰਜ ਹੈਗਾ, ਉਹ PNP ਦੇ ਵਿੱਚ ਕੁਆਲੀਫਾਈ ਨਹੀਂ ਹੋ ਸਕਦੇ। ਜੇ ਵਾਲਮਾਰਟ ਦੇ ਵਿੱਚ ਐਸੋਸੀਏਟ ਦੀ ਜੌਬ ਕਰੋਗੇ, ਤੁਹਾਨੂੰ PR ਨਹੀਂ ਤੁਹਾਡੀ ਹੋਣੀ, ਬਿਕੋਜ਼ ਉਹ ਟੀਅਰ 4 ਦੇ ਵਿੱਚ ਚਲੀ ਜਾਏਗੀ, ਸੋ ਉਹ ਤੁਹਾਨੂੰ ਹੈਲਪ ਨਹੀਂ ਕਰੇਗੀ। ਸੋ ਨੌਕ C ਦੇ ਵਿੱਚ ਉਹ ਜੌਬ ਚਲੀ ਜਾਏਗੀ, ਹੈਲਪਰ ਲੈਵਲ ਦੀ ਜੌਬ। ਸੋ ਤੁਹਾਨੂੰ ਇਹੋ ਜਿਹੀ ਜੌਬ ਚਾਹੀਦੀ ਹੈ ਜਿਹੜੀ PNP ਵਾਸਤੇ ਤੁਹਾਨੂੰ ਕੁਆਲੀਫਾਈ ਕਰਾਏ। EMPLOYER ਵੀ ਇਹੋ ਜਿਹਾ ਚਾਹੀਦਾ, ਈਵਨ ਇਫ ਯੂ ਹੈਵ ਟੂ ਚੇਂਜ ਅ ਪ੍ਰੋਵਿੰਸ ਤੇ change a province to apply for permanent residency through those PNP programs। ਸੋ ਜਿੰਨੇ ਵੀ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਦੇ ਵਿੱਚ ਹੈਗੇ ਨੇ ਭੈਣ ਭਾਈ, ਜੇ ਤੁਸੀਂ ਗ੍ਰੇਡ 12 ਤੁਹਾਡੇ ਕੋਲ ਹੈਗਾ ਆ ਐਂਡ ਯੂ ਆਰ ਲੁਕਿੰਗ ਫॉर ਪਰਮਾਨੈਂਟ ਰੈਜ਼ੀਡੈਂਸੀ ਆਪਸ਼ਨਸ, ਗ੍ਰੇਡ 12 ਹੈਗਾ, ਆਇਲਟ ਦੇ 4 ਬੈਂਡ ਕਰ ਸਕਦੇ ਹੋ, ਤੇ ਡੂ ਨਾਟ ਲਿਮਿਟ ਯੋਰਸੈਲਫ ਟੂ ਦੈਟ ਪ੍ਰੋਵਿੰਸ ਅਲੋਨ, ਲੁੱਕ ਫॉर ਅਦਰ ਓਪਰਚੁਨਿਟੀਜ਼ ਇਨ ਡਿਫਰੈਂਟ ਪ੍ਰੋਵਿੰਸਸ। ਮੈਂ ਹਮੇਸ਼ਾ ਕਹਿੰਦਾ ਜੀ, ਗ੍ਰੇਟਰ ਵੈਂਕੂਵਰ ਏਰੀਆ ਤੋਂ ਤੇ ਗ੍ਰੇਟਰ ਟੋਰਾਂਟੋ ਏਰੀਆ ਤੋਂ ਬਾਹਰ ਨਿਕਲ ਕੇ ਸੋਚੋਗੇ ਤੇ ਤੁਹਾਡੇ ਕੋਲ ਓਪਰਚੁਨਿਟੀਜ਼ ਲਾਈਨ ਲੱਗ ਕੇ ਖੜੀਆਂ ਹੋ ਜਾਣਗੀਆਂ। ਸੋ ਉਹਦੇ ਉੱਤੇ ਫੋਕਸ ਰੱਖੋ। ਐਂਡ ਈਵਨ ਇੰਟਰਨੈਸ਼ਨਲ ਸਟੂਡੈਂਟਸ, ਤੁਸੀਂ ਜਿੱਥੇ ਵੀ ਕੰਮ ਕਰ ਰਹੇ ਹੋ, ਗ੍ਰੇਡ 12 ਕਰਕੇ ਆਏ ਸੀਗੇ, ਪਹਿਲੀ ਗੱਲ ਤਾਂ ਮੋਹ ਛੱਡ ਦਿਓ ਟੋਰਾਂਟੋ ਦਾ ਤੇ ਵੈਂਕੂਵਰ ਦਾ ਤੇ ਬਰੈਂਪਟਨ ਦਾ, ਸਰੀ ਦਾ, ਤੇ ਉਸ ਤੋਂ ਬਾਅਦ ਬਾਹਰ ਜਾ ਕੇ ਕੰਮ ਕਰਨ ਦੀ ਸੋਚੋ। ਤੀਸਰੀ ਚੀਜ਼ ਮੈਂ ਤੁਹਾਡੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜ਼ਰੂਰ ਕਹੂੰਗਾ, ਜਿਹੜੇ ਵੀ EMPLOYER ਨਾਲ ਤੁਸੀਂ ਕੰਮ ਕਰੋਗੇ, ਪੂਰੀ ਸਿੰਸੀਅਰਿਟੀ ਨਾਲ, ਓਨੈਸਟੀ ਨਾਲ ਕੰਮ ਕਰੋ, ਤਾਂ ਕਿ EMPLOYER ਨਾਲ ਵੀ ਤੁਸੀਂ ਕਹਿ ਸਕੋ ਕਿ ਮੈਨੂੰ PNP ਵਾਸਤੇ ਜਾਂ LMIA ਵਾਸਤੇ ਤੁਹਾਡੀ ਹੈਲਪ ਚਾਹੀਦੀ ਹੈ। ਸੋ EMPLOYER ਨੂੰ ਵੀ ਤੁਹਾਡੇ ਵਰਗੇ ਬੱਚੇ ਚਾਹੀਦੇ ਨੇ, ਕੈਂਡੀਡੇਟਸ ਚਾਹੀਦੇ ਨੇ, ਜਿਹੜਾ ਉਹਨਾਂ ਕੋਲ ਲੌਂਗ ਟਰਮ ਰਹਿਣ ਵਾਸਤੇ ਹੋਣ। ਲੌਂਗ ਟਰਮ ਮੀਨਸ ਸਾਲ 2 ਸਾਲ, ਜਦ ਤੱਕ ਤੁਹਾਡੀ PR ਨਹੀਂ ਹੋ ਰਹੀ, ਤੁਹਾਡੀ ਕਮਿਟਮੈਂਟ ਹੋਣੀ ਚਾਹੀਦੀ ਹੈ ਉਹਨਾਂ ਦੇ ਨਾਲ। ਸੋ ਉਸ ਤੋਂ ਬਾਅਦ ਜੇ ਤੁਹਾਨੂੰ PNP ਦੇ ਵਿੱਚ ਜਾਂ LMIA ਦੇ ਵਿੱਚ ਹੈਲਪ ਚਾਹੀਦੀ ਹੈ ਜਾਂ PR ਦੀ ਕੋਈ ਕੁਐਰੀ ਹੈ, ਤੇ ਰੀਚ ਆਊਟ ਟੂ ਆਵਰ ਆਫਿਸ। ਸਾਡਾ ਫੋਨ ਨੰਬਰ ਹੈਗਾ ਜੀ 9054612424। WhatsApp ਨੰਬਰ ਸਾਡਾ ਹੈਗਾ 6478509000, 6478509000। ਅਸੀਂ ਬੱਚਿਆਂ ਤੋਂ ਵੀ ਡੂ ਨਾਟ ਚਾਰਜ ਐਨੀ ਕੰਸਲਟੇਸ਼ਨ ਫੀਸ। ਸੋ ਤੁਹਾਨੂੰ ਕੋਈ ਵੀ ਕੁਐਸਚਨ ਹੈਗਾ, ਕੁਐਰੀ ਹੈਗੀ ਹੈ, ਵੀ ਵੁੱਡ ਬੀ ਰੈਡੀ ਟੂ ਹੈਲਪ ਯੂ ਆਊਟ ਟੂ ਵਾਟ ਐਵਰ ਐਕਸਟੈਂਟ ਵੀ ਕੈਨ ਗੋ। ਜੀ ਬਿਲਕੁਲ। ਤੇ ਨੈਕਸਟ ਸੀਗਾ ਜਿਨ੍ਹਾਂ ਨੇ ਵਿਜ਼ਟਰ ਵੀਜ਼ਾ ਦੇ ਬਾਰੇ ਗੱਲ ਕੀਤੀ ਸੀ ਕਿ ਕੈਲਗਰੀ ਦੇ ਵਿੱਚ ਹੈਗੇ ਨੇ, ਆਏ ਹੋਏ ਨੇ, ਤੇ ਉਹ ਬਤਾ ਸਕਦੇ ਨੇ ਕਿ ਵਿਜ਼ਟਰ ਵੀਜ਼ਾ। ਹਾਂਜੀ ਬਿਲਕੁਲ ਜੀ, ਤੁਹਾਡੇ ਤੁਸੀਂ ਸਨ ਇਨ ਲਾਅ ਦੀ ਗੱਲ ਕਰ ਰਹੇ ਸੀਗੇ ਕਿ ਸਾਡਾ ਪ੍ਰਾਹੁਣਾ ਆਇਆ ਹੋਇਆ 5.5 ਮਹੀਨੇ ਹੋ ਗਏ ਨੇ ਜੀ, ਬਿਲਕੁਲ ਉਹਦੀ ਐਕਸਟੈਂਸ਼ਨ ਲੱਗ ਸਕਦੀ ਹੈਗੀ ਹੈ, ਤੇ ਡੂ ਇਟ ਰਾਈਟ ਵੇ ਜੀ। ਜੀ ਬਿਲਕੁਲ। ਤੇ ਸਰ ਆਪਾਂ ਗੱਲਬਾਤ ਕਰ ਰਹੇ ਸੀਗੇ ਜਿਹੜੀਆਂ ਇਸ ਵਕਤ UK ਦੇ ਬਾਰੇ ਵਿੱਚ ਵੀ ਗੱਲਬਾਤ ਹੋਈ ਆ, ਤੇ ਹੁਣ ਸਮਾਂ ਸਾਡਾ ਇਜਾਜ਼ਤ ਲੈਣ ਦਾ ਹੋ ਰਿਹਾ। ਜਿਹੜੇ ਦਰਸ਼ਕ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਨਾ ਸਿਰਫ ਕੈਨੇਡਾ, ਬਲਕਿ ਜੇਕਰ ਤੁਸੀਂ UK ਦੇ ਵਿੱਚ ਆਪਣੀ ਓਪਰਚੁਨਿਟੀਜ਼ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਜਾਂ ਜੇਕਰ ਤੁਸੀਂ ਇਸ ਵਕਤ ਇਲੀਗਲ ਵੇ ਦੇ ਨਾਲ, ਗੈਰ ਕਾਨੂੰਨੀ ਤਰੀਕੇ ਦੇ ਨਾਲ US ਦੇ ਯਾਨੀ ਕਿ ਅਮਰੀਕਾ ਵਿੱਚ ਰਹਿ ਰਹੇ
ਰਹੇ ਹੋ, ਤੁਹਾਡੇ ਲਈ ਕੈਨੇਡਾ ਵਿੱਚ ਕੀ ਓਪਰਚੁਨਿਟੀਜ਼ ਹੈਗੀਆਂ, ਤੁਸੀਂ ਇਹਦੇ ਲਈ ਵੀ ਕਾਲ ਕਰ ਸਕਦੇ ਹੋ। ਸਰ ਕੀ ਕਹਿਣਾ ਚਾਹੋਗੇ ਅਖੀਰ 'ਚ? ਬਿਲਕੁਲ ਇੱਕੋ ਚੀਜ਼ ਜੀ, ਜੇ ਸਾਨੂੰ ਆਈਸੀਸੀ ਇਮੀਗ੍ਰੇਸ਼ਨ ਤੇ 15 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦਿਆਂ ਹੋਇਆਂ, ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟਰਾਂਸਪੇਰੈਂਟ ਐਡਵਾਈਸ। ਜਿਹੜੀ ਚੀਜ਼ ਪੋਸੀਬਲ ਹੁੰਦੀ ਹੈ ਦੱਸਦੇ ਹਾਂ, ਜਿਹੜੀ ਚੀਜ਼ ਨਹੀਂ ਹੁੰਦੀ ਉਹ ਤੁਹਾਨੂੰ ਮਨਾ ਕਰ ਦਿੰਦੇ ਹਾਂ। ਸੋ ਤੁਸੀਂ ਸਾਡੇ ਕੋਲ ਜਦੋਂ ਵੀ ਆਉਂਦੇ ਹੋ, ਅਸੀਂ ਬੈਸਟ ਪੋਸੀਬਲ ਓਪਰਚੁਨਿਟੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਸਰਕਮਸਟੈਂਸਸ ਨੂੰ ਦੇਖਦੇ ਹਾਂ, ਤੁਹਾਡੀ ਏਜ ਨੂੰ, ਤੁਹਾਡੀ ਐਜੂਕੇਸ਼ਨ, ਤੁਹਾਡੇ ਐਕਸਪੀਰੀਅੰਸ, ਤੁਹਾਡੇ ਲੈਂਗੁਏਜ ਸਕਿੱਲਸ ਨੂੰ ਦੇਖਦੇ ਹਾਂ ਕਿਹੜੀ ਚੀਜ਼ ਤੁਹਾਡੇ ਵਾਸਤੇ ਵਰਕ ਕਰ ਸਕਦੀ ਹੈਗੀ ਹੈ। ਸੋ ਆਈਸੀਸੀ ਇਮੀਗ੍ਰੇਸ਼ਨ 15 ਸਾਲ ਤੋਂ ਜ਼ਿਆਦਾ ਅਰਸਾ ਐਂਡ ਅ ਟੀਮ ਵਿਚ ਯੂ ਕੈਨ ਟਰਸਟ। ਸੋ ਸਾਨੂੰ ਰੀਚ ਆਊਟ ਕਰਨ ਦਾ ਈਮੇਲ ਆਈਡੀ ਹੈਗਾ info@iccimmigration.ca। ਫੋਨ ਨੰਬਰ ਹੈਗਾ 905 461 2424 905 461 2424। WhatsApp ਨੰਬਰ ਹੈਗਾ 647 850 9000 647 850 9000। ਸੋ ਟਰੱਕ ਡਰਾਈਵਰ ਜਿੰਨੇ ਵੀ ਕੈਨੇਡਾ ਦੇ ਵਿੱਚ ਹੈਗੇ ਨੇ, ਲਾਇਸੈਂਸ ਲੈ ਕੇ ਬੈਠੇ ਹੋਏ ਨੇ ਐਂਡ ਜੌਬਸ ਲੱਭ ਰਹੇ ਨੇ, ਡੂ ਕਾਲ ਆਵਰ ਆਫਿਸ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ ਪ੍ਰੋਗਰਾਮ ਚ ਆਉਣ ਲਈ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਹੁਣ ਆਪਣੇ ਸਕੋਪ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ ਜਾਂ ਕੌਣ ਕੈਨੇਡਾ ਲਈ ਅਪਲਾਈ ਕਰ ਸਕਦਾ ਹੈ, ਸੋ ਤੁਸੀਂ ਕੁਝ ਵੀ ਜਾਣਨਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਸੁਣਿਆ ਵੀ ਹੈ, ਤੇ ਇਸ ਤੋਂ ਇਲਾਵਾ ਤੁਸੀਂ ਆਈਸੀਸੀ ਇਮੀਗ੍ਰੇਸ਼ਨ ਤੋਂ ਸਲਾਹ ਲੈ ਸਕਦੇ ਹੋ। ਡਿਟੇਲਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀਆਂ ਗਈਆਂ ਨੇ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।